पहले बाहर जांदा उस तो बाद छड्ड के आया फिर इत्थे उस तो बाद एक टेक्नीक बारे पता लग्या पूरा सफ़र दसो। पर मैनू उत्थों का जिहड़ा कल्चर उत्थों के रहन सहन उत्थों के जाके मजबूरी दे विच काम करना नौकरी करना और इत्थों मालक सीगे उत्थे जाके नौकर बनना मैनू चंगा नहीं लग्या थोड़ा जिहा। खखड़ी तो बाद हुण तुसीं नरमा देख सकते हो किड्डे मतलब ये टिंडे आ जिहड़े इहनूं सिरे तक आके टाणी है जिहड़ी ये वास थल्ले नूं झुक रही है ये वजन दे नाल ना ये थल्ले नूं झुक रही है। तुसीं थल्ले तक देख लो ये टिंडे कोई भी फल गुड्डी कुछ नहीं झड़िया। और जिहड़ी पैसटीसाइड की खेती है वो सानूं कह रही है कि फुੱਲ गुड्डी भी झड़दी है ਉਹਦੇ ਤੇ भी स्प्रेयां करनियां पैंदियां ਇਹਨੂੰ ਵਧਣ ਵਾਸਤੇ ਖਾਦਾਂ ਦੀ ਜ਼ਰੂਰਤ ਹੈ पर ਇਹਨੂੰ ਖਾਦਾਂ ਦੀ ਜ਼ਰੂਰਤ नहीं। ਹੁਣ ਇਹ ਸਾਰੇ ਬੂਟੇ ਤੁਸੀਂ ਦੇਖੋਗੇ 4x4 ਤੇ ਲੱਗੇ ਹੋਏ ਆ और जिन्ने भी अपने आम जिमींदार है वो नरमा लाउंदे आ वो नरमा बीजदे आ वो नरमा बीजदे हैगे आ जी 15000 प्लांट लाउंदे आ 1 किले दे विच। और साडा ये जिहड़ा 1250 प्लांट लगदा जिहड़ा फरवरी च नरमा बीजदे आपां ਉਹਦੇ ਵਿੱਚ ਕੀ ਹੈ कि आपां इंटरक्रॉप करदे आ अंतर फसलां करदे आ ਉਹਦਾ किसान ਨੂੰ एक ਵੱਖਰਾ ਬੈਨੀਫਿਟ ਹੈਗਾ। ਜਿਵੇਂ ਹੁਣ ਗੁਲਾਬੀ ਸੁੰਡੀ ਨੇ ਨੁਕਸਾਨ ਕਰਤਾ ਔਰ ਜੇਕਰ ਇੰਟਰਕ੍ਰॉप ਨਾਲ ਹੋਵੇ ਤਾਂ ਉਹਦੀ ਭਰਪਾਈ ਹੋ ਜਾਂਦੀ ਕਿਸੇ ਕੁਛ ਹੱਦ ਤੱਕ। ਇਸ ਨਰਮੇ ਦੇ ਵਿੱਚ ਕੋਈ ਖਾਦ ਨਹੀਂ ਹਜੇ ਤੱਕ ਵਰਤੀ 5 ਸਾਲ ਹੋ ਗਿਆ ਇਸ ਖੇਤ ਨੂੰ ਔਰ 5 ਸਾਲਾਂ ਦੇ ਵਿੱਚ ਕੋਈ ਖਾਦ ਨਹੀਂ ਆਈ ਇਹਦੇ 'ਚ ਇੱਕ ਵੀ ਮੁੱਠ ਕੋਈ ਯੂਰੀਆ DAP ਦੀ ਕੋਈ ਬੰਦਾ ਸਾਬਤ ਕਰ ਦੇ। ਸਾਰੀਆਂ ਇੱਕ ਕਰੋਪ ਮੈਂ ਟਮਾਟਰ ਦੀ ਵੀ ਲਈ ਹੈ। ਹੁਣ ਜਦੋਂ ਅਸੀਂ ਕਿਸੇ ਮਾਹਰ ਨਾਲ ਗੱਲ ਕਰਦੇ ਹਾਂ ਜ਼ਿਕਰ ਕਰਦੇ ਹਾਂ ਕਿ ਨਰਮੇ ਦੇ ਵਿੱਚ ਅਸੀਂ ਟਮਾਟਰ ਲਾਇਆ ਤਾਂ ਉਹ ਕਹਿੰਦੇ ਆ ਕਿ ਨਰਮੇ 'ਚ ਟਮਾਟਰ ਕਾਮਯਾਬ ਹੀ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਕਿਉਂਕਿ ਉਹਨਾਂ ਦੇ ਮੁਤਾਬਕ ਨਹੀਂ ਹੈਗਾ ਜਿਹੜੀ ਤਕਨੀਕ ਨਾਲ ਅਸੀਂ ਕਰਦੇ ਹਾਂ ਉਹਦੇ ਨਾਲ ਹੈਗਾ। जौर मतीरा फरवरी जेकर नरमा लाने हुण फरवरी च नरमा असीं क्यों लाने फरवरी च नरमा असीं इस करके लाने क्योंकि कुदरत ने साल दे विच हरेक फसल का एक समा पीरियड फिक्स किया वा। जे वो लभण दे विच किसान कामयाब हो जाता तो उन्होंने बहुत ही घट कह लीए खर्चे ते बहुत ही घट कोशिशों के नाल उहदी जिहड़ी फसल बहुत वधिया हो सकती है। किते ना किते असी भुलेखे च कि असी खेती करते हैं खेती असी नहीं करते। खेती जिहड़े इहदे विच रहण वाले जीव आ वो करते हैं जिहड़े इन्हां नूं खुराक तैयार करके दिंदे आ खेती वो करते हैं। असी तो सिर्फ इहनूं खराब करके इहनूं ठीक करन दी कोशिश करते हैं। आलू का आम आपां बीज जिहड़ा पाउने आ वो बीज आ जिहड़ा 30-35 गट्टे पा दिंदे आ 25 गट्टे तां आम जी गल है। और ਉਹਦੇ ਵਿੱਚ ਅਸੀਂ ਆਲੂ ਦਾ ਜਿਹੜਾ ਬੀਜ ਪਾਇਆ ਸੀ ਸਿਰਫ 16000 ਆਲੂ ਲਾਇਆ ਸੀ ਗਿਣ ਕੇ ਉਹਨਾਂ ਦੀ ਤਕਨੀਕ ਦੇ ਮੁਤਾਬਕ। ਔਰ ਉਹ 16000 ਆਲੂ ਦਾ ਜਿਹੜਾ ਝਾੜ ਆਇਆ ਸੀ ਉਹ 25 ਗੱਟਿਆਂ ਵਾਲੇ ਦੇ ਬਰਾਬਰ ਆ ਗਿਆ ਔਰ ਖਾਦ ਕੋਈ ਨਹੀਂ ਪਾਈ। ਸਭ ਤੋਂ ਵੱਡੀ ਗੱਲ ਇਹ ਸੀ ਵੀ ਖੇਤਾਂ ਦੇ ਵਿੱਚ ਖਾਦਾਂ ਪਾ ਰਹੇ ਆ ਔਰ ਸਾਨੂੰ ਲੱਗ ਰਿਹਾ ਕਿ ਸਾਡੀਆਂ ਜਿਹੜੀਆਂ ਜ਼ਮੀਨਾਂ ਉਹ ਬੰਜਰ ਹੋ ਚੁੱਕੀਆਂ ਉਹ ਖਾਦਾਂ ਨਸ਼ੇ ਤੇ ਲੱਗ ਗਈਆਂ ਉਹ ਖਾਦਾਂ ਤੋਂ ਬਿਨਾਂ ਖੇਤੀ ਨਹੀਂ ਦੇ ਕੋਈ ਪ੍ਰੋਡਕਸ਼ਨ ਨਹੀਂ ਦੇ ਸਕਦੀਆਂ। ਨਹੀਂ ਇਹ ਸਾਰਾ ਕੁਝ ਗਲਤ ਹੈ। ਪੁਰਾਣੇ ਸਮਿਆਂ ਦੇ ਵਿੱਚ ਇੱਕ ਗੱਲ ਮਸ਼ਹੂਰ ਹੋਈ ਸੀਗੀ ਕਹਾਵਤ ਕਿ ਜਿੰਨੀ ਗੋਡੀ ਓਨੀ ਡੋਡੀ। ਜੇ ਤੁਸੀਂ ਫਲੱਡ ਇਰੀਗੇਸ਼ਨ ਛੱਡ ਦਿਓ ਨਾ ਤੇ ਮੈਂ ਲਿਖ ਕੇ ਦਿੰਦਾ ਖਾਦਾਂ ਉਸੇ ਦਿਨ ਖੇਤ ਚੋਂ ਬਾਹਰ ਹੋ ਜਾਣਗੀਆਂ। ਇਸ ਟਾਈਮ ਰੌਲਾ ਪਾ ਰਹੀਆਂ ਕੰਪਨੀਆਂ ਕਿਸਾਨ ਨੂੰ ਡਰਾ ਰਹੀਆਂ ਕਿ ਤੁਸੀਂ ਧਰਨੇ ਚੱਕੋ ਤੁਸੀਂ ਮਾਹੌਲ ਬਣਾਓ ਨਹੀਂ ਤਾਂ ਅਸੀਂ ਖਾਦਾਂ ਨਹੀਂ ਦੇਣੀਆਂ। ਅਸਲ ਦੇ ਵਿੱਚ ਖਾਦਾਂ ਸਾਡੇ ਲਈ ਥੋੜੀ ਨਾ ਦੇ ਰਹੇ ਆ। ਗਰਾਊਂਡ ਉਹਨਾਂ ਨੇ ਖਾਦਾਂ ਵਾਸਤੇ ਤਿਆਰ ਕੀਤਾ ਪੈਸਾ ਉਹਨਾਂ ਨੇ ਕਮਾਉਣਾ ਖਾਦਾਂ ਉਹਨਾਂ ਨੇ ਵੇਚਣੀਆਂ। ਸਾਨੂੰ ਤਾਂ ਖਾਦਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਨਾ ਸਾਡੇ ਕੋਲੇ ਜ਼ਮੀਨ ਹੈਗੀ ਆ ਅਸੀਂ ਤਾਂ ਖੇਤੀ ਕਰ ਰਹੇ ਸੀਗੇ। ਤੇ ਇਹ ਜਿਹੜੀ ਤਕਨੀਕ ਹੈ ਇਹਦੇ ਵਿੱਚ ਖਾਦ ਪਾਉਣ ਦੀ ਲੋੜ ਨਹੀਂ ਪ੍ਰੋਡਕਸ਼ਨ ਵੱਧ ਜਾਂਦੀ ਹੈ। ਸਾਡੇ ਤਕਰੀਬਨ ਇੱਥੇ ਅੱਜ ਵੀ ਗੰਗਾ ਨਗਰ ਤੋਂ ਆ ਰਹੇ ਆ ਤੇ ਕੱਲ ਵੀ ਰਾਜਸਥਾਨ ਤੋਂ ਇੱਧਰੋਂ ਸਾਰੇ ਮਾਨਸਾ ਏਰੀਆ ਤੋਂ ਕਿਸਾਨ ਆਉਂਦੇ ਰਹਿੰਦੇ ਆ। ਉਹ ਦੇਖਦੇ ਆ ਵਿਜ਼ਿਟ ਕਰਦੇ ਆ ਵੀ ਯਾਰ ਸਾਡੇ ਤਾਂ ਦਿੱਕਤ ਆ ਰਹੀ ਹੈ ਤੁਹਾਡੇ ਕਿਉਂ ਨਹੀਂ ਆ ਰਹੀ ਹੈ ਨਾ ਇਹ ਕਾਰਨ ਕੀ ਹੈ। ਉਹ ਕਿਤੇ ਨਾ ਕਿਤੇ ਸਾਨੂੰ ਕੁਦਰਤ ਨੂੰ ਸਮਝ ਕੇ ਖੇਤੀ ਕਰਨ ਦੀ ਲੋੜ ਆ ਔਰ ਕੁਦਰਤ ਦੇ ਨਾਲ ਸਹਿਯੋਗ ਕਰਕੇ ਖੇਤੀ ਕਰਨ ਦੀ ਲੋੜ ਆ। ਕਿ ਅਸੀਂ ਕਣਕ ਬੀਜਦੇ ਹਾਂ ਔਰ ਕਣਕ ਅਸੀਂ ਚਾਹੇ 20 ਦਿਨ ਨਾਲ ਪਾਣੀ ਲਾਈਏ ਚਾਹੇ 40 ਦਿਨ ਨਾਲ ਪਾਣੀ ਲਾਈਏ ਚਾਹੇ ਅਸੀਂ ਉਹਨੂੰ 50 ਦਿਨ 'ਤੇ ਲੈ ਜਾਈਏ ਕਦੇ ਵੀ ਪਾਣੀ ਲਾਉਣ ਤੋਂ ਪਹਿਲਾਂ ਖਾਦਾਂ ਦੀ ਜ਼ਰੂਰਤ ਪਈ ਹੈ? ਜੇ ਨਹੀਂ ਪਈ ਤੇ ਕਿਉਂ ਨਹੀਂ ਪਈ? ਜੇ ਪਈ ਤੇ ਕਿਉਂ ਪਈ ਉਹ ਸਾਨੂੰ ਪਤਾ ਹੋਣਾ ਚਾਹੀਦਾ।
ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਜਸਨੂਰ ਤਵਨ। ਅਕਸਰ ਖੇਤੀਬਾੜੀ ਦੀਆਂ ਨਵੀਆਂ ਟੈਕਨੀਕਾਂ ਇਸ ਪੇਜ ਦੇ ਜ਼ਰੀਏ ਤੁਹਾਡੇ ਤੱਕ ਰੂਬਰੂ ਕਰਾਉਂਦੇ ਰਹਿੰਦੇ ਆ ਤੇ ਖਾਸ ਗੱਲ ਅੱਜ ਇਹ ਹੈ ਕਿ ਜੋ ਤੁਹਾਨੂੰ ਟੈਕਨੀਕ ਦੱਸਣ ਜਾ ਰਿਹਾ ਇਹ ਨੌਜਵਾਨ ਬਾਹਰਲੇ ਮੁਲਕ ਦਾ ਹੈ, ਉੱਥੋਂ ਛੱਡ ਕੇ ਆਇਆ, ਇੱਥੇ ਕੰਮ ਕਰ ਰਿਹਾ ਕਿਉਂਕਿ ਜ਼ਿਆਦਾ ਮੁਨਾਫਾ ਕਹਿੰਦਾ ਖੇਤੀਬਾੜੀ 'ਚ ਇੱਥੇ ਹੋ ਸਕਦਾ। ਇੱਕ ਟੈਕਨੀਕ ਅਪਣਾ ਰਿਹਾ। ਕਿਹੜੀ ਟੈਕਨੀਕ ਹੈ? ਕਹਿੰਦੇ ਕਿ ਇਸ ਟੈਕਨੀਕ ਵਿੱਚ ਖਾਦ ਪਾਉਣ ਦੀ ਵੀ ਲੋੜ ਨਹੀਂ ਪੈਂਦੀ। ਇਸ ਇਲਾਕੇ ਦੇ ਵਿੱਚ, ਜਿਸ ਇਲਾਕੇ ਵਿੱਚ ਅਸੀਂ ਮੌਜੂਦ ਆ, ਸਾਰੀ ਝੋਨੇ ਦੀ ਫਸਲ ਬੀਜੀ ਜਾਂਦੀ ਹੈ, ਪਰ ਇਕਲੌਤਾ ਨੌਜਵਾਨ ਹੈ ਜੋ ਨਰਮੇ ਦੀ ਫਸਲ ਬੀਜਦਾ ਹੈ ਤੇ ਲੱਖਾਂ 'ਚ ਖੇਡਦਾ ਹੈ। ਤੇ ਕਿਹੜੀ ਟੈਕਨੀਕ ਹੈ ਜਿਸ ਦੇ ਜ਼ਰੀਏ ਅੱਜ ਇਹ ਨੌਜਵਾਨ ਸਾਰਿਆਂ ਤੋਂ ਅਲੱਗ ਫਸਲ ਬੀਜ ਰਿਹਾ? ਕੀ ਕਾਰਨ ਹੈ, ਕੀ ਟੈਕਨੀਕ ਹੈ, ਉਹ ਜਾਣ ਲੈਂਦੇ ਆ। ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਡੇਲੀ ਪੋਸਟ ਤੇ ਸਾਡੇ ਖੇਤ ਦੇ ਵਿੱਚ ਪਹੁੰਚੇ ਹੋ ਤੁਸੀਂ, ਔਰ ਇੱਥੇ ਆਉਣ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਬਹੁਤ ਸ਼ੁਕਰੀਆ ਜੀ। ਤਾਂ ਅਸੀਂ ਗੱਲ ਕਰ ਰਹੇ ਸੀਗੇ ਜਦੋਂ ਤੁਸੀਂ ਕਿਹਾ ਕਿ ਮੈਂ ਪਹਿਲੇ ਬਾਹਰ ਜਾਂਦਾ, ਉਸ ਤੋਂ ਬਾਅਦ ਛੱਡ ਕੇ ਆਇਆ, ਫਿਰ ਇੱਥੇ, ਉਸ ਤੋਂ ਬਾਅਦ ਇੱਕ ਟੈਕਨੀਕ ਬਾਰੇ ਪਤਾ ਲੱਗਿਆ। ਹਾਂਜੀ ਹਾਂਜੀ। ਪੂਰਾ ਸਫ਼ਰ ਦੱਸੋ। 2012 ਤੋਂ ਜੋ ਤੁਸੀਂ ਕਿਹਾ ਸ਼ੁਰੂਆਤ ਹੋਈ ਕਿ ਬਾਹਰ ਜਾਂਦਾ, ਉਸ ਤੋਂ ਬਾਅਦ ਵਾਪਸ ਆਇਆ, ਫਿਰ ਟੈਕਨੀਕ ਬਾਰੇ ਪਤਾ ਲੱਗਦਾ। ਪੂਰਾ ਸਫ਼ਰ ਦੱਸੋ ਕਿਸ ਤਰ੍ਹਾਂ ਹੋਇਆ। ਹਾਂਜੀ ਪਹਿਲਾਂ ਜੀ ਜਿਵੇਂ ਆਪਣੇ ਆਮ ਹੀ ਹੈਗਾ ਕਿ ਤਕਰੀਬਨ ਸਾਰੇ ਨੌਜਵਾਨ ਬਾਹਰ ਜਾਣ ਲਈ ਹੋੜ ਲੱਗੀ ਹੈਗੀ ਆ ਕਿ ਆਪਾਂ ਜਦੋਂ ਵੀ ਸਟੱਡੀ ਤੋਂ ਬਾਅਦ ਹਰੇਕ ਨੌਜਵਾਨ ਦਾ ਇੱਕੋ ਹੀ ਹੁੰਦਾ +2 ਕਰੋ ਔਰ ਉਸ ਤੋਂ ਬਾਅਦ ਆਈਲੈਟਸ ਕਰੋ ਤੇ ਬਾਹਰ ਚਲੇ ਜਾਓ। ਔਰ ਜਿੱਥੋਂ ਤੱਕ ਮੈਨੂੰ ਲੱਗਦਾ ਹੈਗਾ ਕਿ ਚਲੋ ਠੀਕ ਆ, ਅਸੀਂ ਸਾਡੀ ਮਜਬੂਰੀ ਕਹਿ ਲਈਏ ਔਰ ਅਸੀਂ ਬਾਹਰ ਜਾ ਰਹੇ ਹਾਂ, ਪਰ ਮੈਨੂੰ ਉੱਥੋਂ ਦਾ ਜਿਹੜਾ ਕਲਚਰ, ਉੱਥੋਂ ਦੇ ਰਹਿਣ ਸਹਿਣ, ਉੱਥੋਂ ਦੇ ਜਾ ਕੇ ਮਜਬੂਰੀ ਦੇ ਵਿੱਚ ਕੰਮ ਕਰਨਾ, ਨੌਕਰੀ ਕਰਨਾ, ਔਰ ਇੱਥੋਂ ਮਾਲਕ ਸੀਗੇ ਉੱਥੇ ਜਾ ਕੇ ਨੌਕਰ ਬਣਨਾ ਮੈਨੂੰ ਚੰਗਾ ਨਹੀਂ ਲੱਗਿਆ। ਥੋੜ੍ਹਾ ਜਿਹਾ ਮੈਨੂੰ ਆਊਟ ਲੱਗਿਆ ਔਰ ਉਸ ਚੀਜ਼ ਤੋਂ ਮੈਨੂੰ ਥੋੜ੍ਹਾ ਜਿਹਾ ਹਿਚਕਾਈ ਤੇ ਮੈਂ ਵਾਪਸ ਤਾਂ ਆ ਗਿਆ। ਔਰ ਵਾਪਸ ਆਉਣ ਤੋਂ ਬਾਅਦ ਮੈਨੂੰ ਇੱਥੇ ਵੀ ਕੋਈ ਐਡਾ ਖੇਤੀ ਦੇ ਵਿੱਚ ਵੀ ਜੇ ਕਹਿ ਲਈਏ ਕਿ ਜਿਸ ਹਿਸਾਬ ਨਾਲ ਖੇਤੀ ਅਸੀਂ ਕਰ ਰਹੇ ਹਾਂ, ਰਵਾਇਤੀ ਖੇਤੀ ਕਰ ਰਹੇ ਹਾਂ, ਉਹਦੇ ਵਿੱਚ ਕੀ ਹੈ ਕਿ ਸਾਰੇ ਕਿਸਾਨਾਂ ਨੂੰ ਇੱਕ ਜੰਜੀਰਾਂ ਨੇ ਜਕੜਿਆ ਹੋਇਆ, ਜਿਹਦੇ ਵਿੱਚ ਅਸੀਂ ਡੀਜ਼ਲ ਤੋਂ ਲੈ ਕੇ ਜੋ ਵੀ ਇਨਪੁੱਟ ਕਰਦੇ ਹੈਗੇ, ਕਾਸਟ ਜਿਹੜੀ ਇਨਪੁੱਟ ਕਾਸਟ ਹੁੰਦੀ ਹੈ ਫਸਲ ਦੇ ਵਿੱਚ, ਉਹ ਸਾਰੀ ਬਾਜ਼ਾਰ ਤੋਂ ਆ ਰਹੀ ਹੈ ਔਰ ਬਾਜ਼ਾਰ ਦੇ ਉੱਪਰ ਹੀ ਡਿਪੈਂਡ ਹੈਗਾ ਜ਼ਿਮੀਂਦਾਰ। ਔਰ ਉਹਦਾ ਕਾਰਨ ਕੀ ਹੈ ਕਿ ਉਹਦੇ ਨਾਲ ਕੀ ਹੈ, ਜ਼ਿਮੀਂਦਾਰ ਚਾਹੇ ਲੱਖ ਦੀ ਫਸਲ ਵੇਚ ਲੇ ਚਾਹੇ 1.5 ਦੀ ਵੇਚ ਲੇ, ਉਹਦੇ ਕੋਲ ਬਚਦਾ ਕੁਛ ਨਹੀਂ ਐਂਡ ਲਾਸਟ 'ਤੇ, ਖਰਚੇ ਜ਼ਿਆਦਾ ਹੋ ਜਾਂਦੇ ਆ। ਔਰ ਉਸ ਚੀਜ਼ ਤੋਂ ਮੈਨੂੰ ਲੱਗਦਾ ਸੀਗਾ ਕਿ ਕੋਈ ਇੱਦਾਂ ਦੀ ਤਕਨੀਕ ਹੋਵੇ, ਕੋਈ ਇੱਦਾਂ ਦਾ ਅਲੱਗ ਹੋਵੇ, ਕੁਛ ਕਰਨਾ ਮਤਲਬ ਲੋਚਦੇ ਸੀ। ਔਰ ਛਪਿਆ ਉਹ ਲਿਟਰੇਚਰ ਮੈਨੂੰ ਪੜ੍ਹਨ ਦਾ, ਜਦੋਂ ਮੈਂ ਪੜ੍ਹਿਆ ਉਹਨੂੰ ਡਿਟੇਲ ਦੇ ਨਾਲ, ਉਹਦੇ ਵਿੱਚ ਉਹਨਾਂ ਨੇ ਇੱਕ ਜ਼ਿਕਰ ਕਰਿਆ ਸੀਗਾ ਖੇਤੀ ਦਾ, ਔਰ ਉਹ ਖੇਤੀ ਦਾ ਉਹਨਾਂ ਨੇ ਨਾਮ ਦਾ ਜ਼ਿਕਰ ਕਰਿਆ ਸੀ ਜੰਗਲੀ ਸਿਧਾਂਤ। ਔਰ ਮੈਂ ਉਹ ਜੰਗਲੀ ਸਿਧਾਂਤ ਜਦੋਂ ਸਾਰੀ ਖੇਤੀ ਉਹਨੂੰ ਪੜ੍ਹਿਆ ਹੈਗਾ, ਉਹਦੇ ਵਿੱਚ ਜਿਵੇਂ ਉਹ ਗੰਨੇ ਦੇ ਵਿੱਚ ਫਸਲਾਂ ਲੈਂਦੇ ਹੈਗੇ ਆ, ਔਰ ਮੈਨੂੰ ਮੌਕਾ ਮਿਲਿਆ ਉੱਥੇ ਜਾਣ ਦਾ, ਔਰ ਮੈਂ ਜਾ ਕੇ ਜਦੋਂ ਉਹਨਾਂ ਦੇ ਖੇਤ ਦੇ ਵਿੱਚ ਫਾਰਮ ਦੇਖਿਆ, ਔਰ ਮੈਂ ਖੁਦ ਹੈਰਾਨ ਰਹਿ ਗਿਆ ਕਿ ਇੰਨੀਆਂ ਮਤਲਬ ਉੱਥੇ ਨਰਮਾ ਉਸ ਟਾਈਮ ਲੱਗਿਆ ਸੀ ਜਦੋਂ ਆਪਣੇ ਇੱਥੇ ਚਿੱਟੇ ਮੱਛਰ ਨੇ ਨਰਮੇ ਨੂੰ ਖਤਮ ਕਰਤਾ ਸੀਗਾ। ਔਰ ਉਸ ਟਾਈਮ ਦੇ ਵਿੱਚ ਉਹਨਾਂ ਦੇ ਖੇਤਾਂ ਦੇ ਵਿੱਚ ਨਰਮਾ ਬਾਕਮਾਲ ਨਰਮਾ ਸੀਗਾ। ਔਰ ਮੈਂ ਉਹ ਹੈਰਾਨ ਰਹਿ ਗਿਆ ਦੇਖ ਕੇ। ਤੇ ਮੈਂ ਉਹਨਾਂ ਦੇ ਤਕਨੀਕ ਬਾਰੇ ਉਹਨਾਂ ਨੂੰ ਜਦੋਂ ਪੁੱਛਿਆ, ਉਹਨਾਂ ਨੇ ਬਿਠਾ ਕੇ ਮੈਨੂੰ ਚੰਗੀ ਤਰ੍ਹਾਂ ਸਮਝਾਇਆ, ਔਰ ਮੈਂ ਸਾਰੀ ਤਕਨੀਕ ਹੈ ਜਿਹੜੀ ਉਹਨਾਂ ਨੇ ਨੋਟ ਡਾਊਨ ਕਰ ਲਈ। ਔਰ ਨੋਟ ਡਾਊਨ ਕਰਨ ਤੋਂ ਬਾਅਦ ਜਦੋਂ ਉਹਨੂੰ ਖੇਤ ਦੇ ਵਿੱਚ ਲਾਗੂ ਕੀਤਾ ਤਾਂ 6 ਮਹੀਨਿਆਂ ਦੇ ਵਿੱਚ ਜੋ ਰਿਜ਼ਲਟ ਆਇਆ, ਉਹ ਰਿਜ਼ਲਟ ਦੇਖ ਕੇ ਮੇਰੀਆਂ ਆਪਦੀਆਂ ਖੁਦ ਦੀ ਹੈਰਾਨੀ ਦਾ ਕੋਈ ਰਿਜ਼ਲਟ ਸੀਗਾ। ਕੀ ਫਾਇਦਾ ਮਿਲਿਆ ਉਹਦੇ ਵਿੱਚ ਨਾ ਜੀ? ਆਲੂ ਬੀਜੇ ਸੀ ਅਸੀਂ ਪਹਿਲੇ ਸਾਲ, ਔਰ ਆਲੂ ਦਾ ਆਮ ਆਪਾਂ ਬੀਜ ਜਿਹੜਾ ਪਾਉਂਦੇ ਆ, ਉਹ ਬੀਜ ਆ ਜਿਹੜਾ 30-35 ਗੱਟੇ ਪਾ ਦਿੰਦੇ ਆ, 25 ਗੱਟੇ ਤਾਂ ਆਮ ਜੀ ਗੱਲ ਹੈ। ਔਰ ਉਹਦੇ ਵਿੱਚ ਅਸੀਂ ਆਲੂ ਦਾ ਜਿਹੜਾ ਬੀਜ ਪਾਇਆ ਸੀ, ਸਿਰਫ 16,000 ਆਲੂ ਲਾਇਆ ਸੀ ਗਿਣ ਕੇ ਉਹਨਾਂ ਦੀ ਤਕਨੀਕ ਦੇ ਮੁਤਾਬਕ। ਔਰ ਉਹ 16,000 ਆਲੂ ਦਾ ਜਿਹੜਾ ਝਾੜ ਆਇਆ ਸੀ, ਉਹ 25 ਗੱਟਿਆਂ ਵਾਲੇ ਦੇ ਬਰਾਬਰ ਆ ਗਿਆ। ਔਰ ਖਾਦ ਕੋਈ ਨਹੀਂ ਪਾਈ। ਸਭ ਤੋਂ ਵੱਡੀ ਗੱਲ ਇਹ ਸੀ, ਜਦੋਂ ਕੋਈ ਖਾਦ ਨਹੀਂ ਵਰਤੀ ਗਈ ਔਰ ਜਿਹੜਾ ਇਨਪੁਟ ਕਾਸਟ ਉਹ ਘਟ ਗਈ, ਤੇ ਸਾਨੂੰ ਲੱਗਿਆ ਕਿ ਯਾਰ ਵੀ ਇਹ ਤਾਂ ਆਪਾਂ ਕਿਸ ਭੁਲੇਖੇ 'ਚ ਆ। ਫਿਰ ਉਹ ਤਕਨੀਕ ਦੇ ਵਿੱਚ ਹੌਲੀ ਹੌਲੀ ਜ਼ਿਆਦਾ ਜਾਣਕਾਰੀ ਮਿਲੀ। ਸਭ ਤੋਂ ਜਿਹੜੀ ਵੱਡੀ ਸਮੱਸਿਆ ਸਾਨੂੰ ਜਿਹੜੀ ਖਾਦਾਂ ਵਾਲੀ ਆ ਰਹੀ ਹੈ ਨਾ, ਵੀ ਖੇਤਾਂ ਦੇ ਵਿੱਚ ਖਾਦਾਂ ਪਾ ਰਹੇ ਆ, ਔਰ ਸਾਨੂੰ ਲੱਗ ਰਿਹਾ ਕਿ ਸਾਡੀਆਂ ਜਿਹੜੀਆਂ ਜ਼ਮੀਨਾਂ ਉਹ ਬੰਜਰ ਹੋ ਚੁੱਕੀਆਂ, ਉਹ ਖਾਦਾਂ ਨਸ਼ੇ ਤੇ ਲੱਗ ਗਈਆਂ, ਉਹ ਖਾਦਾਂ ਤੋਂ ਬਿਨਾਂ ਖੇਤੀ ਨਹੀਂ ਦੇ ਪ੍ਰੋਡਕਸ਼ਨ ਨਹੀਂ ਦੇ ਸਕਦੀਆਂ। ਨਹੀਂ, ਇਹ ਸਾਰਾ ਕੁਝ ਗਲਤ ਹੈ। ਅਸਲ ਦੇ ਵਿੱਚ ਕੀ ਹੋਇਆ ਕਿ ਸਾਡੇ ਨਾਲ ਇੱਕ ਧੋਖਾ ਹੋ ਗਿਆ। ਧੋਖਾ ਕੀ ਹੋਇਆ ਕਿ ਜਿਨ੍ਹਾਂ ਨੇ ਸਾਨੂੰ ਰਾਹ ਦੱਸਣਾ ਸੀਗਾ ਖੇਤੀਬਾੜੀ ਬਾਰੇ, ਉਹ ਸਾਡੇ ਰਾਹ ਦਸੇਰੇ ਗਲਤ ਦਿਸ਼ਾ ਨੂੰ ਲੈ ਗਏ, ਉਹ ਟਰੈਕ ਗਲਤ ਤੇ ਲੈ ਗਏ ਸਾਨੂੰ। ਜਿਹੜਾ ਫਲੱਡ ਇਰੀਗੇਸ਼ਨ ਹੈ, ਫਲੱਡ ਇਰੀਗੇਸ਼ਨ ਇੱਕ ਇਹੋ ਜੀ ਮਤਲਬ ਆਪਾਂ ਨੂੰ ਸਵਾਲ ਚੱਕੋਗੇ ਤੁਸੀਂ ਇਸ ਵਕਤ? ਨਹੀਂ, ਸਵਾਲ ਇਹ ਤਕਨੀਕ ਨੇ ਆਪਣੇ ਆਪ ਚੱਕਦੇ ਨੇ। ਜਦੋਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਤੁਸੀਂ ਦੇਖੋਗੇ ਨਾ, ਇਹ ਇਸ ਟਾਈਮ ਸਾਡੇ ਕੋਲੇ ਟੈਲੀਗ੍ਰਾਮ ਤੇ ਇੱਕ ਗਰੁੱਪ ਚਲਾ ਰਹੇ ਹਾਂ ਅਸੀਂ, ਉਹ ਕਿਸਾਨ ਹੀ ਕਿਸਾਨ ਦਾ ਹੈਂਡ ਫੜ ਕੇ ਅਸੀਂ ਅੱਗੇ ਚੱਲ ਰਹੇ ਹਾਂ ਔਰ ਇੱਕ ਦੂਸਰੇ ਨੂੰ ਦੱਸ ਰਹੇ ਹਾਂ, ਜਿਹਦੇ ਵਿੱਚ ਬੜਾ ਮਤਲਬ ਸਹਿਯੋਗ ਆ ਸਾਨੂੰ ਕਿਸਾਨਾਂ ਵੱਲੋਂ। ਔਰ ਉਹ ਇਸ ਤਕਨੀਕ ਨੂੰ ਅਪਣਾ ਕੇ ਖੁਸ਼ ਹੋ ਰਹੇ ਆ ਔਰ ਕਹਿ ਰਹੇ ਆ ਕਿ ਯਾਰ ਬਹੁਤ ਵਧੀਆ ਹੈਗਾ ਜਿਹੜਾ ਤੁਸੀਂ ਸਾਨੂੰ ਇਸ ਪਾਸੇ ਨੂੰ ਲੈ ਕੇ ਆਏ ਆ।
ਔਰ ਇਹ ਚੀਜ਼ ਨੇ ਆਟੋਮੈਟਿਕਲੀ ਕਿੰਨਾ ਕੁ ਚਿਰ ਲੁਕੋ ਲਾਂਗੇ ਜੀ, ਸੱਚ ਨੇ ਬਾਹਰ ਆਉਣਾ ਹੀ ਆਉਣਾ ਠੀਕ ਹੈ। ਚਲੋ ਆਪਾਂ ਕਿਸੇ ਨੂੰ ਜੇ ਆਪਾਂ ਐਲੀਗੇਸ਼ਨ ਕਰਦੇ ਹਾਂ ਤਾਂ ਇੱਕ ਕੰਟਰੋਵਰਸੀ ਬਣ ਜਾਂਦੀ ਹੈ ਠੀਕ ਹੈ, ਉਹਦੇ ਤੇ ਕਈ ਕੁਐਸਚਨ ਸਵਾਲ ਹੋ ਆਣਗੇ, ਕਮੈਂਟਸ ਵੀ ਆਣਗੇ, ਕਮੈਂਟਸ ਆਣਗੇ। ਪਰ ਉਹ ਗੱਲ ਇਹ ਹੈ ਕਿ ਜਿਹੜੀ ਸੱਚਾਈ ਹੈ ਉਹ ਮੈਂ ਤੁਹਾਨੂੰ ਦੱਸਣ ਲੱਗਾ ਕਿ ਜਿਹੜਾ ਫਲੱਡ ਇਰੀਗੇਸ਼ਨ ਹੈ ਨਾ, ਜੇ ਤੁਸੀਂ ਫਲੱਡ ਇਰੀਗੇਸ਼ਨ ਛੱਡ ਦਿਓ ਨਾ ਤੇ ਮੈਂ ਲਿਖ ਕੇ ਦਿੰਦਾ ਖਾਦਾਂ ਉਸੇ ਦਿਨ ਖੇਤ ਚੋਂ ਬਾਹਰ ਹੋ ਜਾਣੀਆਂ। ਇਸ ਟਾਈਮ ਰੌਲਾ ਪਾ ਰਹੀਆਂ ਕੰਪਨੀਆਂ, ਕਿਸਾਨ ਨੂੰ ਡਰਾ ਰਹੀਆਂ ਕਿ ਤੁਸੀਂ ਧਰਨੇ ਚੱਕੋ, ਤੁਸੀਂ ਮਾਹੌਲ ਬਣਾਓ, ਨਹੀਂ ਤਾਂ ਅਸੀਂ ਖਾਦਾਂ ਨਹੀਂ ਦੇਣੀਆਂ। ਅਸਲ ਦੇ ਵਿੱਚ ਖਾਦਾਂ ਸਾਡੇ ਲਈ ਥੋੜੀ ਨਾ ਦੇ ਰਹੇ ਆ, ਗਰਾਊਂਡ ਉਹਨਾਂ ਨੇ ਖਾਦਾਂ ਵਾਸਤੇ ਤਿਆਰ ਕੀਤਾ, ਪੈਸਾ ਉਹਨਾਂ ਨੇ ਕਮਾਉਣਾ, ਖਾਦਾਂ ਉਹਨਾਂ ਨੇ ਵੇਚਣੀਆਂ। ਸਾਨੂੰ ਤਾਂ ਖਾਦਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਨਾ, ਸਾਡੇ ਕੋਲੇ ਜ਼ਮੀਨ ਹੈਗੀ ਆ, ਅਸੀਂ ਤਾਂ ਖੇਤੀ ਕਰ ਰਹੇ ਸੀਗੇ। ਤੇ ਇਹ ਜਿਹੜੀ ਤਕਨੀਕ ਹੈ ਇਹਦੇ ਵਿੱਚ ਖਾਦ ਪਾਉਣ ਦੀ ਲੋੜ ਨਹੀਂ, ਪ੍ਰੋਡਕਸ਼ਨ ਵੱਧ ਜਾਂਦੀ ਹੈ। ਤੁਸੀਂ ਹੈਰਾਨੀ ਜਨਕ ਜਿਹੜੀ ਗੱਲ ਇਹ ਹੈ ਕਿ ਖਾਦ ਦੀ ਜ਼ਰੂਰਤ ਨਹੀਂ, ਖਾਦ ਦੀ ਜ਼ਰੂਰਤ ਨਹੀਂ। ਉਹੀ ਬਹੁਤ ਵੱਡਾ ਸਵਾਲ ਹੈ, ਕਿਉਂਕਿ ਹਰ ਕਿਸਾਨ ਇਹ ਦੇਖ ਕੇ ਹੈਰਾਨ ਜ਼ਰੂਰ ਹੋਏਗਾ, ਦਿਮਾਗ ਵਿੱਚ ਸਵਾਲ ਬਹੁਤ ਕਰੇਗਾ, ਤੇ ਸਵਾਲ ਸਿਰਫ ਦਿਮਾਗ 'ਚ ਨਹੀਂ ਕਮੈਂਟਾਂ 'ਚ ਵੀ ਕਰੇਗਾ ਕਿ ਕਿਸ ਤਰ੍ਹਾਂ। ਹਾਂਜੀ, ਉਹ ਬਿਲਕੁਲ ਜੀ। ਮੈਂ ਉਹਨਾਂ ਜਿਹੜੇ ਸਵਾਲ ਕਰਨਗੇ ਮੈਂ ਉਹਨਾਂ ਨੂੰ ਇੱਕ ਗੱਲ ਕਹਾਂਗਾ ਵੀ ਜਿਹੜੇ ਫਗਵਾੜਾ ਤਕਨੀਕ ਹੈ ਨਾ, ਇੱਕ ਵਾਰੀ ਉਹਦੇ ਤੇ ਸਰਚ ਜ਼ਰੂਰ ਕਰੋ, ਦੇਖੋ ਵੀ ਫਗਵਾੜਾ ਤਕਨੀਕ ਹੈ ਕੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਫਗਵਾੜਾ ਤਕਨੀਕ ਦੇ ਵਿੱਚ ਇੱਕ ਇਹੋ ਜਿਹੀ ਮਤਲਬ ਸਿਸਟਮ ਡਿਵੈਲਪ ਕੀਤਾ ਗਿਆ ਜਿਹਦੇ ਵਿੱਚ ਅਸੀਂ ਮੋਨੋਕਲਚਰ ਦੇ ਵਿੱਚ ਫਸੇ ਹੋਏ ਹਾਂ, ਖੇਤੀ ਦੇ ਮੋਨੋਕਲਚਰ ਨੂੰ ਛੱਡ ਕੇ ਅਸੀਂ ਜਿਹੜੀ ਡਿਵਰਸੀਫਿਕੇਸ਼ਨ ਦਾ ਰੌਲਾ ਪਾ ਰਹੇ ਆ ਵੀ ਹੋਰ ਫਸਲਾਂ ਬੀਜੋ। ਸਾਨੂੰ ਹੋਰ ਫਸਲਾਂ ਬੀਜਣ ਦੀ ਵੀ ਲੋੜ ਨਹੀਂ, ਸਾਨੂੰ ਇੱਕ ਬਾਇਓਡਿਵਰਸੀਫਿਕੇਸ਼ਨ ਵੱਲ ਜਾਣਾ ਪਊਗਾ, ਜੰਗਲ ਦਾ ਸਿਧਾਂਤ ਲਾਗੂ ਕਰਨਾ ਪਊਗਾ। ਮੰਨ ਕੇ ਚੱਲੋ ਵੀ ਇੱਕ ਕਿੱਲੇ ਦੇ ਵਿੱਚ ਇਸ ਦੇ ਵਿੱਚ ਮੈਂ ਪਹਿਲਾਂ ਖੱਖੜੀ ਲਈ ਆ ਨਾਲ ਇਹਦੇ ਨਰਮੇ ਦੀ, ਔਰ ਖੱਖੜੀ ਤੋਂ ਬਾਅਦ ਹੁਣ ਤੁਸੀਂ ਨਰਮਾ ਦੇਖ ਸਕਦੇ ਹੋ ਕਿੱਡੇ ਮਤਲਬ ਇਹਦੇ ਟਿੰਡੇ ਆ ਜਿਹੜੇ ਇਹਨੂੰ ਸਿਰੇ ਤੱਕ ਆ ਕੇ ਟਾਹਣੀ ਆ ਜਿਹੜੀ ਇਹ ਵਾਸ ਥੱਲੇ ਨੂੰ ਝੁਕ ਰਹੀ ਹੈ, ਇਹ ਵਜ਼ਨ ਦੇ ਨਾਲ ਨਾ ਇਹ ਥੱਲੇ ਨੂੰ ਝੁਕ ਰਹੀ ਹੈ। ਤੁਸੀਂ ਥੱਲੇ ਤੀਕ ਦੇਖ ਲਓ ਇਹਦੇ ਟਿੰਡੇ, ਕੋਈ ਵੀ ਫੁੱਲ ਗੁੱਡੀ ਕੁਛ ਨਹੀਂ ਝੜਿਆ। ਔਰ ਜਿਹੜੀ ਪੈਸਟੀਸਾਈਡ ਦੀ ਖੇਤੀ ਆ ਉਹ ਸਾਨੂੰ ਕਹਿ ਰਹੀ ਹੈ ਕਿ ਫੁੱਲ ਗੁੱਡੀ ਵੀ ਝੜਦੀ ਆ, ਉਹਦੇ ਤੇ ਵੀ ਸਪਰੇਆਂ ਕਰਨੀਆਂ ਪੈਂਦੀਆਂ, ਇਹਨੂੰ ਵਧਣ ਵਾਸਤੇ ਖਾਦਾਂ ਦੀ ਜ਼ਰੂਰਤ ਹੈ। ਪਰ ਇਹਨੂੰ ਖਾਦਾਂ ਦੀ ਜ਼ਰੂਰਤ ਨਹੀਂ, ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕਿਉਂ ਨਹੀਂ ਜ਼ਰੂਰਤ। ਇਹਦੇ ਵਿੱਚ ਕੀ ਹੈ ਜੀ, ਅਸੀਂ ਬੈੱਡ ਬਣਾ ਲੈਂਦੇ ਹਾਂ, ਔਰ ਬੈੱਡ ਬਣਾ ਕੇ ਖੇਤੀ ਹੈ ਜਿਹੜੀ ਫਸਲ ਹੈ ਜਿਹੜੀ ਉੱਚੇ ਥਾਂ ਕਰ ਲਈਦੀ ਹੈ, ਔਰ ਪਾਣੀ ਨੂੰ ਨੀਵੇਂ ਥਾਂ ਕਰ ਦਈਦਾ। ਜਿਹਦੇ ਵਿੱਚ ਕੀ ਹੈ ਕਿ ਆਪਾਂ ਜਿਹੜਾ ਫਲੱਡ ਇਰੀਗੇਸ਼ਨ ਹੈ, ਫਲੱਡ ਇਰੀਗੇਸ਼ਨ ਤੋਂ ਬਚ ਜਾਂਦੇ ਹਾਂ ਅਸੀਂ। ਹੁਣ ਜਦੋਂ ਫਲੱਡ ਇਰੀਗੇਸ਼ਨ ਤੋਂ ਬਚ ਗਏ ਤੇ ਸਾਡੀਆਂ ਫਸਲਾਂ ਨੂੰ ਜਿਹੜੀ ਖਾਦ ਹੈ ਉਹ ਇਹ ਪਾਣੀ ਦੇਊਗਾ। ਜਿੰਨਾ ਵੀ ਰਹਿੰਦ ਖੂੰਹਦ ਆ, ਜਿੰਨੇ ਵੀ ਇਹਦੇ ਵਿੱਚ 16 ਤੱਤ 17 ਚਾਹੀਦੀ ਹੈ ਫਸਲ ਨੂੰ, ਔਰ 18 ਇਹਦੇ ਧਰਤੀ ਦੇ ਵਿੱਚ ਮੌਜੂਦ ਆ। ਇਹਦੇ ਵਿੱਚ ਇੱਕ ਤੱਤ ਵੱਧ ਹੀ ਮੌਜੂਦ ਹੈ, ਔਰ ਉਹ ਜੇਕਰ ਉਹ ਮੌਜੂਦ ਕੀ ਹੈ, ਕੱਚੀ ਅਵਸਥਾ ਦੇ ਵਿੱਚ ਹੈ, ਉਹ ਜਿਹੜੇ ਮਾਈਕਰੋਜੀਵ ਇਹਦੇ ਵਿੱਚ ਜ਼ਮੀਨ ਦੇ ਵਿੱਚ, ਉਹਨਾਂ ਨੂੰ ਮਾਹੌਲ ਮਿਲੇ, ਉਹ ਕੰਮ ਕਰਨ। ਜੇ ਮੰਨ ਕੇ ਚੱਲੋ ਸਾਡੇ ਘਰ ਦੇ ਵਿੱਚ ਇੱਕ ਰਸੋਈ ਆ, ਔਰ ਰਸੋਈ ਦੇ ਵਿੱਚ ਸਾਰਾ ਰਾਸ਼ਨ ਪਿਆ ਹੋਵੇ, ਔਰ ਸਾਡੀ ਮਾਤਾ ਘਰੇ ਨਾ ਹੋਵੇ, ਤੇ ਸਾਨੂੰ ਕੋਈ ਬਣਾ ਕੇ ਖਵਾਉਣ ਵਾਲਾ ਨਹੀਂ ਹੈਗਾ, ਤੇ ਅਸੀਂ ਬਾਹਰੋਂ ਲਿਆ ਕੇ ਪਾਵਾਂਗੇ। ਇਹ ਜਿਹੜਾ ਸਾਨੂੰ ਸਿਸਟਮ ਇਹ ਦਿੱਤਾ ਨਾ ਫਲੱਡ ਇਰੀਗੇਸ਼ਨ ਦੇ ਵਿੱਚ, ਇਹ ਸਾਰਾ ਕੁਝ ਇਹਦੇ ਵਿੱਚ ਜਦੋਂ ਫਲੱਡ ਇਰੀਗੇਸ਼ਨ ਹੋ ਗਿਆ, ਇਹ ਸਾਰੇ ਤੱਤੇ ਜੀਰ ਕੇ ਕਿੱਥੇ ਜਾਣਗੇ, ਪਾਣੀ 'ਚ ਘੁਲ ਜਾਣਗੇ। ਤੇ ਪਾਣੀ 'ਚ ਜਦੋਂ ਘੁਲ ਗਏ ਤਾਂ ਜਿੱਥੇ ਪਾਣੀ ਜਾਊਗਾ ਉਹ ਸਾਰੇ ਨਾਲ ਲੈ ਜਾਊਗਾ। ਜੇ ਪਾਣੀ ਥੱਲੇ ਜੀਰਦਾ ਹੈ ਤੇ ਉਹ ਜਿਹੜੇ ਸਾਰੇ ਤੱਤ ਆ ਉਹਦੇ ਵਿੱਚ ਘੁਲਣਸ਼ੀਲ ਆ, ਉਹ ਸਾਰੇ ਪੌਦੇ ਦੀ ਪਹੁੰਚ ਤੋਂ ਦੂਰ ਹੋ ਜਾਣਗੇ। ਹੁਣ ਲੋੜ ਕੀ ਹੈ ਕਿ ਉਹ ਸਾਰੇ ਤੱਤਾਂ ਨੂੰ ਬਣਾਉਣ ਵਾਲੇ ਰਸੋਈਆਂ ਨੂੰ ਬਚਾਉਣ ਦੀ ਲੋੜ ਹੈ, ਜਿਹੜੇ ਆਪਾਂ ਮਾਈਕਰੋ ਆਰਗੈਨਿਜ਼ਮ ਕਹਿ ਦਿੰਦੇ ਆ, ਉਹਨਾਂ ਨੂੰ ਬਚਾਉਣ ਦੀ ਲੋੜ ਆ। ਅਸੀਂ ਉਹਨਾਂ ਨੂੰ ਰਸੋਈਏ ਕਹਿ ਦਿੰਦੇ ਆ। ਉਹਨਾਂ ਨੂੰ ਬਚਾਉਣਾ ਕਿਵੇਂ ਆ? ਉਹਨਾਂ ਨੂੰ ਡੁੱਬਣ ਨਹੀਂ ਦੇਣਾਗਾ, ਕਿਉਂਕਿ ਜਿੱਥੇ ਵੀ ਹੜ੍ਹ ਆਉਂਦਾ ਉੱਥੇ ਕੀ ਹੁੰਦਾ, ਜੀਵਨ ਤਬਾਹ ਹੋ ਜਾਂਦਾ। ਬਿਲਕੁਲ। ਔਰ ਇਹ ਇੱਕ ਤਰ੍ਹਾਂ ਦਾ ਅਸੀਂ ਜ਼ਮੀਨ ਦੇ ਵਿੱਚ ਜਿਹੜਾ ਫਲੱਡ ਇਰੀਗੇਸ਼ਨ ਕਰਦੇ ਹਾਂ, ਉਹ ਇੱਕ ਤਰ੍ਹਾਂ ਦਾ ਹੜ੍ਹ ਹੈ। ਔਰ ਜਿਹੜਾ ਉਹ ਹੜ੍ਹ ਹੈ ਉਹ ਸਾਰੇ ਜਿਹੜਾ ਧਰਤੀ ਦੇ ਵਿੱਚ ਜੀਵਨ ਹੈ ਉਹਨੂੰ ਬਰਬਾਦ ਕਰਦਾ ਹੈ। ਔਰ ਉਹਨੂੰ ਬਰਬਾਦ ਹੋਣ ਤੋਂ ਬਚਾ ਕੇ ਉਹਨੂੰ ਆਪਾਂ ਪਾਣੀ ਨੂੰ ਖਾਲੀ ਦੇ ਵਿੱਚ ਰੱਖ ਕੇ ਤੇ ਨਮੀ ਦਈਏ, ਕਿਉਂਕਿ ਜਿਹੜੀ ਫਸਲ ਹੈ, ਬਨਸਪਤੀ ਹੈ, ਇਹ ਵੀ ਇੱਕ ਜੀਵਨ ਹੈ। ਔਰ ਇਹਦੇ ਤੇ ਵੀ ਉਹੀ ਸਿਧਾਂਤ ਲਾਗੂ ਹੁੰਦੇ ਆ ਜੋ ਦੂਸਰੇ ਜੀਵਨ ਤੇ ਹੁੰਦੇ ਆ। ਇਹਨੂੰ ਪਾਣੀ ਦੀ ਜ਼ਰੂਰਤ ਨਹੀਂ, ਕਿਉਂਕਿ ਜੇ ਇਹਨੂੰ ਪਾਣੀ ਦੀ ਜ਼ਰੂਰਤ ਹੁੰਦੀ ਇਹਨੂੰ ਪੈਰ ਦਿੱਤੇ ਹੋਣੇ ਸੀਗੇ, ਔਰ ਇਹ ਚੱਲ ਫਿਰ ਕੇ ਆਪਦੀ ਪਾਣੀ ਦੇ ਸੋਮੇ ਕੋਲੇ ਜਾ ਕੇ ਆਪਦਾ ਪਿਆਸ ਪੂਰੀ ਕਰ ਲੈਂਦੇ, ਜਿਵੇਂ ਆਪਾਂ ਚਲੇ ਜਾਂਦੇ ਆ। ਔਰ ਕੁਦਰਤ ਨੇ ਜਿਹੜਾ ਪਾਣੀ ਆ ਉਹ ਬੰਦੇ ਦੀ ਪਹੁੰਚ ਤੋਂ ਬਹੁਤ ਦੂਰ ਕਰ ਦਿੱਤਾ। ਔਰ ਅਸੀਂ ਕੀ ਹੈ, ਅਸੀਂ ਆਪਣੇ ਦਿਮਾਗ ਨਾਲ ਖੋਜ ਕੇ ਪਾਣੀ ਨੂੰ ਅਸੀਂ ਕੱਢ ਲਿਆ, ਉਹ ਬਹੁਤਾਤ ਦੇ ਵਿੱਚ ਆਪਣੇ ਹੱਥ 'ਚ ਕਰ ਲਿਆ, ਉਹ ਕਿਤੇ ਨਾ ਕਿਤੇ ਘਾਤਕ ਸਿੱਧ ਹੋ ਗਿਆ। ਅਸੀਂ ਫਲੱਡ ਇਰੀਗੇਸ਼ਨ ਕਰਕੇ ਇਹਨੂੰ ਪਾਣੀ ਦੀ ਜ਼ਰੂਰਤ ਨਹੀਂ, ਪਰ ਅਸੀਂ ਇਹਨੂੰ ਪਾਣੀ ਜੜ੍ਹ ਦੇ ਵਿੱਚ ਦੇ ਰਹੇ। ਇਹਨੂੰ ਜ਼ਰੂਰਤ ਕਾਸ ਦੀ ਹੈ, ਇਹਨੂੰ ਜ਼ਰੂਰਤ ਹੈ ਨਮੀ ਦੀ। ਉਹ ਅਸੀਂ ਕਿਵੇਂ ਦੇਣੀ ਹੈ ਸਾਨੂੰ ਪਤਾ ਹੋਣਾ ਚਾਹੀਦਾ। ਉਹ ਡਾਕਟਰ ਅਵਤਾਰ ਸਿੰਘ ਦੱਸਦੇ ਆ ਕਿ ਜਿਹੜੀ ਨਮੀ ਹੈ ਨਾ, ਉਹ ਇਹਨੂੰ ਪਾਣੀ ਨੂੰ ਪਾਣੀ ਦੇ ਸੁਭਾਅ ਮੁਤਾਬਕ ਨੀਵੇਂ ਥਾਂ ਰੱਖ ਕੇ ਦਿਓ ਤਾਂ ਵਧੀਆ ਗੱਲ ਹੈ। ਕਿਉਂਕਿ ਉਹਦੇ ਨਾਲ ਕੀ ਹੈ ਕਿ ਇੱਕ ਤੱਤ, ਜਿਵੇਂ 5 ਤੱਤਾਂ ਦੀ ਗੱਲ ਕਰਦੇ ਉਹ ਹਵਾ, ਪਾਣੀ, ਮਿੱਟੀ, ਆਕਾਸ਼ ਔਰ ਅਗਨੀ। ਅਗਨੀ ਹਮੇਸ਼ਾ ਸੂਰਜ ਤੋਂ ਮਿਲਣੀ ਹੈ। ਜੇ ਕੋਈ ਸਾਇੰਸਦਾਨ ਕਹਿ ਦੇ ਕਿ ਮੈਂ ਅੱਗ ਬਾਲ ਕੇ ਫਸਲਾਂ ਨੂੰ ਅਗਨੀ ਦੇ ਦੂੰ, ਪੋਸੀਬਲ,
ਜੇ ਕੋਈ ਸਾਇੰਸਦਾਨ ਇਹ ਕਹਿ ਦੇ ਕਿ ਮੈਂ ਇਹਨਾਂ ਨੂੰ ਆਕਸੀਜਨ ਸਿਲੰਡਰਾਂ ਨਾਲ ਦੇ ਦੂੰ, ਇਹ ਵੀ ਪੋਸੀਬਲ ਨਹੀਂ ਹੈਗਾ। ਇਹ ਬਹੁਤਾਤ ਦੇ ਵਿੱਚ ਹੈ, ਕੁਦਰਤੀ ਸੋਮ ਹੈ, ਔਰ ਇਹਨੂੰ ਆਪਾਂ ਦੇਣਾ ਕਿਵੇਂ ਆ ਉਹ ਸਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਜਿੰਨੀਆਂ ਸਾਡੇ ਖਿੱਤੇ ਦੀਆਂ ਫਸਲਾਂ ਝੋਨੇ ਨੂੰ ਛੱਡ ਕੇ ਉਹ ਸਾਰੀਆਂ ਦੀ ਜੜ ਖੇਤਰ ਨੂੰ ਹਵਾ ਦੀ ਜ਼ਰੂਰਤ ਹੈ। ਪੁਰਾਣੇ ਸਮਿਆਂ ਦੇ ਵਿੱਚ ਇੱਕ ਗੱਲ ਮਸ਼ਹੂਰ ਹੋਈ ਸੀਗੀ, ਕਹਾਵਤ ਕਿ ਜਿੰਨੀ ਗੋਡੀ ਓਨੀ ਡੋਡੀ। ਔਰ ਉਹ ਕਿਉਂ ਸੀਗਾ? ਕਿਉਂਕਿ ਜਦੋਂ ਅਸੀਂ ਪਾਣੀ ਲਾਉਂਦੇ ਸੀ, ਪਾਣੀ ਲਾਉਣ ਤੋਂ ਬਾਅਦ ਸਾਡੇ ਬਜ਼ੁਰਗ ਗੋਡੀ ਕਰ ਦਿੰਦੇ ਸੀਗੇ, ਤੇ ਜਿਹੜੀ ਹਵਾ ਹੈ ਜੜ੍ਹਾਂ ਨੂੰ ਉਹ ਮਤਲਬ ਬਰਕਰਾਰ ਹੋ ਜਾਂਦੀ ਸੀਗੀ। ਉਹਦੇ ਨਾਲ ਕੀ ਹੁੰਦਾ ਸੀ, ਫਸਲ ਬਹੁਤ ਵਧੀਆ ਹੁੰਦੀ ਸੀ, ਉਹਨੂੰ ਫਲ ਵਗੈਰਾ ਵਧੀਆ ਆਉਂਦਾ ਸੀਗਾ। ਔਰ ਇਹ ਤਾਂ ਹੋ ਗਿਆ ਜੀ ਤੱਤ ਆਪਾਂ ਕਹਿ ਲਈਏ ਹਵਾ ਦਾ, ਔਰ ਦੂਸਰਾ ਨਮੀ ਦਾ, ਪਾਣੀ ਦਾ। ਇਹ ਆਪਾਂ ਇਹਨਾਂ ਨੂੰ ਨੀਵੇਂ ਥਾਂ ਰੱਖ ਕੇ ਦੋਵੇਂ ਤੱਤ ਜਿਹੜੇ ਆਪਾਂ ਇਹਦੇ ਮੈਨੇਜ ਕਰ ਸਕਦੇ ਹਾਂ। ਔਰ ਅਗਲਾ ਹੈਗਾ ਕਿ ਕਿਸੇ ਜੀਵਨ ਦੇ ਲਈ ਇਸ ਧਰਤੀ ਦੇ ਉੱਪਰ ਜਗ੍ਹਾ ਕਿੰਨੀ ਚਾਹੀਦੀ ਹੈ, ਉਹਨੂੰ ਸਰਵਾਈਵ ਕਰਨ ਵਾਸਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹਨੂੰ ਜਗ੍ਹਾ ਕਿੰਨੀ ਚਾਹੀਦੀ ਹੈ, ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਦੇ ਵਿੱਚ ਸਪੇਸ ਦਿੱਤੀ ਜਾਂਦੀ ਹੈ। ਹੁਣ ਇਹ ਸਾਰੇ ਬੂਟੇ ਤੁਸੀਂ ਦੇਖੋਗੇ 4x4 ਤੇ ਲੱਗੇ ਹੋਏ ਆ, ਔਰ ਜਿੰਨੇ ਵੀ ਆਪਣੇ ਆਮ ਜ਼ਿਮੀਂਦਾਰ ਹੈ ਉਹ ਨਰਮਾ ਲਾਉਂਦੇ ਆ, ਉਹ ਨਰਮਾ ਬੀਜਦੇ ਆ, ਉਹ ਨਰਮਾ ਬੀਜਦੇ ਹੈਗੇ ਆ ਜੀ 15,000 ਪਲਾਂਟ ਲਾਉਂਦੇ ਆ ਇੱਕ ਕਿੱਲੇ ਦੇ ਵਿੱਚ। ਔਰ ਸਾਡਾ ਇਹ ਜਿਹੜਾ 1250 ਪਲਾਂਟ ਲੱਗਦਾ, ਜਿਹੜਾ ਫਰਵਰੀ 'ਚ ਨਰਮਾ ਬੀਜਦੇ ਆਪਾਂ, ਉਹਦੇ ਵਿੱਚ ਕੀ ਹੈ ਕਿ ਆਪਾਂ ਇੰਟਰਕ੍ਰੌਪ ਕਰਦੇ ਹਾਂ, ਅੰਤਰ ਫਸਲਾਂ ਕਰਦੇ ਆ। ਉਹਦਾ ਕਿਸਾਨ ਨੂੰ ਇੱਕ ਵੱਖਰਾ ਬੈਨੀਫਿਟ ਹੈਗਾ, ਜਿਵੇਂ ਹੁਣ ਗੁਲਾਬੀ ਸੁੰਡੀ ਨੇ ਨੁਕਸਾਨ ਕਰਤਾ, ਔਰ ਜੇਕਰ ਇੰਟਰਕ੍ਰੌਪ ਨਾਲ ਹੋਵੇ ਤਾਂ ਉਹਦੀ ਭਰਪਾਈ ਹੋ ਜਾਂਦੀ ਕੁਛ ਹੱਦ ਤੱਕ। ਮਤਲਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਨੁਕਸਾਨ ਹੋਇਆ ਹੈ, ਜਿਹੜੇ ਕਿਸਾਨ ਸ਼ਹੀਦ ਵੀ ਹੋਏ ਨੇ, ਖੁਦਕੁਸ਼ੀ ਵੀ ਕੀਤੀ ਹੈ, ਤਾਂ ਉਹ ਬਚ ਜਾਂਦੇ ਸਾਰੇ। ਹਾਂ, ਉਹ ਕਿਉਂ ਉਹਨਾਂ ਨੂੰ ਜ਼ਰੂਰਤ ਕਿਉਂ ਪਈ ਹੈ? ਕਿਉਂਕਿ ਉਹ ਮਜਬੂਰ ਹੈ। ਕਿਉਂਕਿ ਜਦੋਂ ਸਾਰਾ ਲਾਸ ਹੋ ਗਿਆ ਖੇਤ ਦੇ ਵਿੱਚੋਂ, ਤਾਂ ਉਹਨਾਂ ਨੂੰ ਮਜਬੂਰਨ ਤੌਰ ਤੇ ਉਹਨਾਂ ਨੂੰ ਕੋਈ ਰਸਤਾ ਹੀ ਨਹੀਂ ਦਿਸ ਰਿਹਾ। ਨਾ ਤਾਂ ਸਰਕਾਰਾਂ ਬਾਂਹ ਫੜ ਰਹੀਆਂ, ਔਰ ਨਾ ਹੀ ਸਾਡਾ ਮਤਲਬ ਕਹਿ ਲਈਏ ਕਿ ਖੇਤੀਬਾੜੀ ਮਹਿਕਮਾ ਜਾਂ ਕੋਈ ਹੋਰ ਸਿਸਟਮ ਆ ਉਹ ਕੋਈ ਰਾਹ ਦਸੇਰਾ ਦੱਸ ਰਿਹਾ ਵੀ ਤੁਸੀਂ ਇਸ ਫਸਲ ਦੇ ਨਾਲ ਐਂ ਕਰ ਲਓ ਜਾਂ ਕੁਝ ਵੀ ਹੈ। ਇਹ ਹੁਣ ਤਕਨੀਕ ਹੈ ਜਿਹੜੀ ਇਹਦੇ 'ਚ ਇਹ ਕੁਆਲਿਟੀ ਹੈਗੀ ਹੈ ਕਿ ਨਰਮਾ ਤੁਹਾਡਾ ਇੱਕ ਸਿਕਿਉਰਿਟੀ ਦੇ ਤੌਰ ਤੇ ਫਸਲ ਰਵੇ, ਔਰ ਜਿਹੜੀਆਂ ਵਿੱਚ ਫਸਲਾਂ ਉਹ ਤੁਹਾਡੇ ਸਾਰੇ ਖਰਚੇ ਚੱਕਣ। ਜਿਵੇਂ ਉਹਦੇ ਵਿੱਚ ਅਸੀਂ ਕੱਦੂ ਵੀ ਲਾਉਂਦੇ ਰਹੇ ਹਾਂ, ਔਰ ਮਤੀਰਾ। ਕੋਈ ਫਸਲ ਵੀ ਸੀ? ਹਾਂ, ਇਸ ਤੋਂ ਪਹਿਲਾਂ ਜਦੋਂ ਇਹ ਨਰਮਾ ਛੋਟਾ ਸੀਗਾ ਉਦੋਂ ਇਹਦੇ ਵਿੱਚ ਜਿਹੜੀਆਂ ਖੱਖੜੀਆਂ ਸੀਗੀਆਂ ਉਹ ਚੱਲ ਰਹੀਆਂ ਸੀ, ਪੇਠਾ ਸੀਗਾ ਉਹ ਚੱਲ ਰਿਹਾ ਸੀਗਾ। ਔਰ ਜਦੋਂ ਇਹ ਨਰਮਾ ਗਰੋਥ ਕਰ ਜਾਂਦਾ, ਵੱਡਾ ਹੋ ਜਾਂਦਾ, ਉਸ ਤੋਂ ਬਾਅਦ ਇਹਦੀ ਛਾਂ ਹੋ ਜਾਂਦੀ ਹੈ, ਔਰ ਥੱਲੇ ਵਾਲੀਆਂ ਫਸਲਾਂ ਨੂੰ ਜਿਹੜੀ ਆ ਅਗਨੀ ਹੈ, ਉਹ ਧੁੱਪ ਆ, ਉਹ ਮਿਲਣ ਘੱਟ ਹੋ ਜਾਂਦੀ ਹੈ। ਜਦੋਂ ਉਹ ਘਟ ਜਾਂਦੀ ਹੈ ਤਾਂ ਕੀ ਹੁੰਦਾ ਹੈ ਕਿ ਉਹਨਾਂ ਦਾ ਸਰਵਾਈਵ ਕਰਨਾ ਔਖਾ ਹੋ ਜਾਂਦਾ, ਉਹਨਾਂ ਨੂੰ ਉਹ ਮਤਲਬ ਖਤਮ ਹੋ ਜਾਂਦੀਆਂ ਆਪਣੇ ਆਪ। ਉਸ ਚੀਜ਼ ਨੂੰ ਆਪਾਂ ਧਿਆਨ 'ਚ ਰੱਖਣਾ ਹੈਗਾ ਕਿ ਇਹ ਬੂਟੇ ਤੋਂ ਬੂਟੇ ਦੀ ਜਿਹੜੀ ਸਪੇਸ ਹੈ, ਇੱਕ ਤਾਂ ਉਹਨੂੰ ਮੇਨਟੇਨ ਕਰਨਾ ਹੈ, ਉਹ ਕਿੰਨੀ ਹੋਣੀ ਚਾਹੀਦੀ ਹੈ। ਔਰ ਜੇਕਰ ਉਸ ਚੀਜ਼ ਨੂੰ ਆਪਾਂ ਮੇਨਟੇਨ ਕਰਨ ਦੇ ਵਿੱਚ ਕਾਮਯਾਬ ਹੁੰਨੇ ਆ ਤਾਂ ਜਿਹੜਾ ਆਪਣਾ ਇਹ ਫਲ ਝੜਨ ਦੀ ਸਮੱਸਿਆ ਔਰ ਫਲ ਘੱਟ ਲੱਗਣਾ, ਇਹ ਸਾਰੀਆਂ ਦਿੱਕਤਾਂ ਜਿਹੜੀਆਂ ਦੂਰ ਹੋ ਜਾਣਗੀਆਂ। ਕਿਉਂਕਿ ਹਰ ਇੱਕ ਪੌਦੇ ਨੂੰ ਪੂਰਾ ਵਿਕਸਿਤ ਹੋਣ ਵਾਸਤੇ ਉਹਨੂੰ ਸਾਰੇ ਤੱਤ ਆ ਜਿਹੜੇ ਉਹ ਪੂਰੇ ਜੁਡੀਸ਼ੀਅਲ ਮੈਨੇਜਮੈਂਟ ਹੋਣੀ ਚਾਹੀਦੀ ਹੈ ਉਹਨਾਂ ਦੀ। ਤੇ ਸੋ ਇਸ ਤਕਨੀਕ ਦੇ ਵਿੱਚ ਇਹੀ ਹੈ ਕਿ ਅਸੀਂ ਧੁੱਪ ਦਾ ਵੀ ਧਿਆਨ ਰੱਖਦੇ ਹਾਂ, ਕਿਉਂਕਿ 97% ਤਾਂ ਜਿਹੜੀ ਖੁਰਾਕ ਉਹ ਧੁੱਪ ਤੋਂ ਲੈ ਰਿਹਾ ਪੌਦਾ, ਔਰ 2.5% ਹੈਗੀ ਹੈ ਜਿਹੜੀ ਉਹ ਜ਼ਮੀਨ 'ਚੋਂ ਲੈ ਰਿਹਾ। ਔਰ ਜੇ ਅਸੀਂ ਸਾਰਾ ਜ਼ੋਰ ਆ ਜਿਹੜਾ ਜ਼ਮੀਨ 'ਤੇ ਲਾ ਰਹੇ ਹਾਂ 2.5% ਵਾਲੇ ਪਾਸੇ, ਔਰ ਜਿਹੜੀ ਆਹ ਧੁੱਪ ਵਾਲੀ ਰਿਕੁਆਇਰਮੈਂਟ ਹੈ ਇਹ ਪੂਰੀ ਨਹੀਂ ਹੁੰਦੀ। ਜਦੋਂ ਇਹ ਪੂਰੀ ਨਾ ਹੋਊਗੀ ਤੇ ਆਟੋਮੈਟਿਕਲੀ ਗੱਲ ਆ ਕਿ ਆਪਣਾ ਝਾੜ ਆ ਜਿਹੜਾ ਉਹ ਘਟੂਗਾ ਹੀ ਘਟੂਗਾ, ਔਰ ਜਾਂ ਸਾਨੂੰ ਪੈਸਟੀਸਾਈਡ ਦੀ ਬਹੁਤ ਜ਼ਿਆਦਾ ਵਰਤੋਂ ਕਰਨੀ ਪਊਗੀ। ਤੁਹਾਨੂੰ ਆਪ ਨੂੰ ਕਿੰਨਾ ਮੁਨਾਫਾ ਦੇਖਣ ਨੂੰ ਮਿਲਿਆ? ਇਹਦੇ ਵਿੱਚ ਮੁਨਾਫਾ ਇਹ ਹੈ ਜੀ, ਜਿਵੇਂ ਹੁਣ ਮੰਨ ਕੇ ਚੱਲੋ ਵੀ ਆਪਣੀ ਇਹ ਨਰਮੇ ਦੀ ਕ੍ਰੌਪ ਖੜੀ ਹੈ ਇਸ ਵਾਰ, ਔਰ ਪਿਛਲੇ ਸਮੇਂ ਦੇ ਵਿੱਚ ਜਿਹੜੀ ਐਤਕੀ ਕਰੋਨਾ ਦਾ ਸਮਾਂ ਸੀਗਾ, ਉਦੋਂ ਸਾਨੂੰ ਕੀ ਆ ਦਿੱਕਤ ਆਈ ਕਿ ਅਸੀਂ ਆਖਿਆ ਵੀ ਇਹਦੇ 'ਚ ਆਪਾਂ ਕਣਕ ਦੀ ਜਿਹੜੀ ਮੋਨੋਕਲਚਰ ਦੇ ਵਿੱਚ ਬਿਜਾਈ ਕਰ ਦਈਏ, ਔਰ ਉਹ ਫਗਵਾੜਾ ਤਕਨੀਕ ਨਾਲ ਕਣਕ ਬੀਜਤੀ, ਔਰ ਕਣਕ ਬੀਜਣ ਤੋਂ ਬਾਅਦ ਅਸੀਂ ਇਹਨੂੰ ਜ਼ਮੀਨ ਨੂੰ ਵਾਹਿਆ ਨਹੀਂ, ਵਾਹੁਣ ਤੋਂ ਬਿਨਾਂ ਹੀ ਉਹਨਾਂ ਹੀ ਬੈਡਾਂ ਦੇ ਵਿੱਚ ਖਾਲੀਆਂ 'ਚ ਪਾਣੀ ਦਿੱਤਾ ਤੇ ਨਰਮਾ ਲਾਤਾ। ਆਹ ਨਰਮਾ ਤੁਹਾਡੇ ਸਾਹਮਣੇ ਹੈ, ਕਿੱਡੀ ਵਧੀਆ ਗਰੋਥ ਆ, ਬਿਲਕੁਲ ਬਿਨਾਂ ਵਾਹਿਆ ਜੀ। ਔਰ ਇਸ ਨਰਮੇ ਦੇ ਵਿੱਚ ਕੋਈ ਖਾਦ ਨਹੀਂ ਹਜੇ ਤੱਕ ਵਰਤੀ, 5 ਸਾਲ ਹੋ ਗਿਆ ਇਸ ਖੇਤ ਨੂੰ, ਔਰ 5 ਸਾਲਾਂ ਦੇ ਵਿੱਚ ਕੋਈ ਖਾਦ ਨਹੀਂ ਆਈ ਇਹਦੇ 'ਚ, ਇੱਕ ਵੀ ਮੁੱਠ ਕੋਈ ਯੂਰੀਆ DAP ਦੀ ਕੋਈ ਬੰਦਾ ਸਾਬਤ ਕਰ ਦੇ। ਕਿਉਂਕਿ ਕਾਰਨ ਕੀ ਹੈ, ਮਾਹੌਲ ਦੇਣਾ ਪੈਂਦਾ। ਜਿਹੜੇ ਮਾਹੌਲ ਦੇ ਵਿੱਚ ਪੌਦੇ ਨੇ ਵਧਣਾ ਫੁੱਲਣਾ ਹੈ, ਕਿਉਂਕਿ ਕੁਦਰਤ ਹੈ, ਕੁਦਰਤ ਨੇ ਹਰ ਇੱਕ ਜੀਵਨ ਨੂੰ ਚਲਾਉਣਾ ਹੈਗਾ, ਕਿਸੇ ਵੀ ਜੀਵਨ ਨੂੰ ਖਤਮ ਨਹੀਂ ਕਰਦੀ। ਕਿਤੇ ਨਾ ਕਿਤੇ ਅਸੀਂ ਗਲਤ ਹੋ ਰਹੇ ਹਾਂ, ਸਾਡੇ ਤੋਂ ਮਿਸਟੇਕ ਹੋ ਰਹੀ ਹੈ, ਸਾਨੂੰ ਉਹ ਪਛਾਣਨ ਦੀ ਲੋੜ ਹੈ। ਆਰਥਿਕ ਤੌਰ ਤੇ ਵੀ ਮੁਨਾਫਾ ਹੁੰਦਾ ਹੈ। ਆਰਥਿਕ ਤੌਰ ਤੇ ਦੇਖੋ ਜੀ, ਇੱਕ ਫਸਲ ਆਪਣੇ ਕੋਲੇ ਨਰਮਾ ਆ ਗਈ, ਔਰ ਦੂਸਰੀ ਫਸਲ ਇਹਦੇ ਵਿੱਚ ਇੰਟਰਕ੍ਰੌਪ ਆਪਾਂ ਜਿਹੜੀ ਆ ਖੱਖੜੀ ਵਗੈਰਾ ਦੀ ਲੈ ਲਈ ਹੈ। ਇਸ ਤੋਂ ਪਿਛਲੇ ਸਾਲ ਜਿਹੜੀ ਆ ਮੈਂ ਕੱਦੂ ਦੀ ਕ੍ਰੌਪ ਲਈ ਸੀ, ਉਸ ਤੋਂ ਪਿਛਲੇ ਸਾਲ ਜਿਹੜੀ ਕ੍ਰੌਪ ਲਈ ਸੀ ਇਹਦੇ ਵਿੱਚ ਮੈਂ ਖਰਬੂਜੇ ਔਰ ਮਤੀਰੇ ਲਏ ਸੀਗੇ, ਔਰ ਇਹ ਸਾਰੀਆਂ ਇੱਕ ਕ੍ਰੌਪ ਮੈਂ ਟਮਾਟਰ ਦੀ ਵੀ ਲਈ ਹੈ। ਹੁਣ ਜਦੋਂ ਅਸੀਂ ਕਿਸੇ ਮਾਹਰ ਨਾਲ ਗੱਲ ਕਰਦੇ ਹਾਂ, ਜ਼ਿਕਰ ਕਰਦੇ ਹਾਂ ਕਿ ਨਰਮੇ ਦੇ ਵਿੱਚ ਅਸੀਂ ਟਮਾਟਰ ਲਾਇਆ, ਤਾਂ ਉਹ ਕਹਿੰਦੇ ਆ ਕਿ ਨਰਮੇ 'ਚ ਟਮਾਟਰ ਕਾਮਯਾਬ ਹੀ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਕਿਉਂਕਿ ਉਹਨਾਂ ਦੇ ਮੁਤਾਬਕ ਨਹੀਂ ਹੈਗਾ, ਜਿਹੜੀ ਤਕਨੀਕ ਨਾਲ ਅਸੀਂ ਕਰਦੇ ਹਾਂ ਉਹਦੇ ਨਾਲ ਹੈਗਾ। ਅਸੀਂ ਉਹ ਟਮਾਟਰ ਵੀ ਬਹੁਤ ਵਧੀਆ ਸਕਸੈਸ ਰਿਹਾ, ਸਾਰੀਆਂ ਫਸਲਾਂ ਸਕਸੈਸ ਰਹੀਆਂ। ਔਰ ਜਿਹੜਾ ਖਰਬੂਜਾ ਔਰ ਮਤੀਰਾ ਫਰਵਰੀ 'ਚ ਜੇਕਰ ਨਰਮਾ ਲਾਉਂਦੇ ਹਾਂ, ਹੁਣ ਫਰਵਰੀ 'ਚ ਨਰਮਾ ਅਸੀਂ ਕਿਉਂ ਲਾਉਣੇ ਆ? ਫਰਵਰੀ 'ਚ ਨਰਮਾ ਅਸੀਂ ਇਸ ਕਰਕੇ ਲਾਉਂਦੇ ਹਾਂ ਕਿਉਂਕਿ
ਕੁਦਰਤ ਨੇ ਸਾਲ ਦੇ ਵਿੱਚ ਹਰੇਕ ਫਸਲ ਦਾ ਇੱਕ ਸਮਾਂ ਪੀਰੀਅਡ ਫਿਕਸ ਕੀਤਾ ਵਾ। ਜੇ ਉਹ ਲੱਭਣ ਦੇ ਵਿੱਚ ਕਿਸਾਨ ਕਾਮਯਾਬ ਹੋ ਜਾਂਦਾ ਤੇ ਉਹਨੂੰ ਬਹੁਤ ਹੀ ਘੱਟ ਕਹਿ ਲਈਏ ਖਰਚੇ ਤੇ ਬਹੁਤ ਹੀ ਘੱਟ ਕੋਸ਼ਿਸ਼ਾਂ ਦੇ ਨਾਲ ਉਹਦੀ ਜਿਹੜੀ ਫਸਲ ਆ ਬਹੁਤ ਵਧੀਆ ਹੋ ਸਕਦੀ ਹੈ ਜੇ ਉਹ ਸਮਾਂ ਲੱਭਣ 'ਚ ਕਾਮਯਾਬ ਹੋ ਸਮਾਂ ਜਾਏ। ਇੱਕ ਜਿਹੜਾ ਸਪੈਸੀਫਿਕ ਸਮਾਂ ਤੈਅ ਕੀਤਾ ਗਿਆ ਉਹਨੂੰ ਲੱਭ ਲਓ। ਉਹਨੂੰ ਲੱਭ ਲਓ। ਜਿਹੜਾ ਹੁਣ ਅਸੀਂ ਸਮੇਂ ਤੇ ਜਾ ਕੇ ਬੀਜਦੇ ਆ, ਮਈ ਦੇ ਵਿੱਚ ਨਰਮਾ ਬੀਜਦੇ ਆ ਕਿਸਾਨ, ਉਹ ਨਰਮਾ ਕੀ ਹੈ ਕਿ ਜਦੋਂ ਤੱਕ ਉਹ ਜੂਨ ਜੁਲਾਈ ਆਉਂਦੀ ਹੈ ਉਦੋਂ ਕੀੜਿਆਂ ਦਾ ਜਿਹੜਾ ਮਤਲਬ ਅਟੈਕ ਉਹ ਵੱਧ ਜਾਂਦਾ ਹੈ। ਉਸ ਸਮੇਂ ਦੇ ਵਿੱਚ ਉਹ ਨਰਮਾ ਜਿਹੜਾ ਬਹੁਤ ਛੋਟਾ ਹੁੰਦਾ ਹੈ ਔਰ ਉਸ ਨਰਮੇ ਨੂੰ ਉਹ ਕੀੜੇ ਆ ਜਿਹੜੇ ਦਬਾ ਲੈਂਦੇ ਆ। ਸਾਡਾ ਜਿਹੜਾ ਨਰਮਾ ਇਹ ਬੀਜਿਆ ਹੁੰਦਾ ਫਰਵਰੀ ਦੇ ਵਿੱਚ, ਇਹ ਫਰਵਰੀ ਦੇ ਵਿੱਚ ਬੀਜਣ ਕਰਕੇ ਇਹਦੇ ਤੇ ਜਦੋਂ ਤੱਕ ਕੀੜਿਆਂ ਨੇ ਅਟੈਕ ਕਰਨਾ ਹੁੰਦਾ ਉਦੋਂ ਤੱਕ ਇਹ ਫਲ ਦੇਣ ਲੱਗ ਜਾਂਦਾ। ਹੁਣ ਇਸ ਤੋਂ ਪਹਿਲਾਂ ਇਹਦੇ ਵਿੱਚੋਂ 10 ਮਣ ਨਰਮਾ ਆਪਾਂ ਚੁਗ ਲਿਆ ਜੀ ਔਰ ਤੁਸੀਂ ਦੇਖ ਸਕਦੇ ਹੋ। ਔਰ ਇਸ ਟਾਈਮ ਜਿਹੜਾ 7-8 ਮਣ ਨਰਮਾ ਜਿਹੜਾ ਪੂਰਾ ਤੁਸੀਂ ਉੱਪਰ ਕੈਮਰਾ ਕਰਕੇ ਸਾਰਾ ਦਿਖਾਓ, ਇਹ 7-8 ਮਣ ਦਾ ਨਰਮਾ ਇਸ ਟਾਈਮ ਖਿੜਿਆ ਵਾ। ਉਹ ਅੱਜ ਜਾਂ ਸਵੇਰੇ ਅਸੀਂ ਇਹਨੂੰ ਚੁਗਾਈ ਸਟਾਰਟ ਕਰ ਦਿਆਂਗੇ। ਔਰ ਇਹ ਕੀ ਹੈ ਕਿ ਸਾਨੂੰ ਇੱਕ ਪੱਕੀ ਫਸਲ ਇਹ ਮਿਲ ਜਾਣੀ ਹੈ, ਜਿਵੇਂ ਝੋਨੇ ਦੇ ਫਸਲ ਮਿਲਦੀ ਹੈ ਨਾ ਉਸ ਤਰੀਕੇ ਆਪਣੀ ਇੱਕ ਸਿਕਿਉਰਿਟੀ ਫਸਲ ਇਹ ਮਿਲ ਜੂਗੀ ਤੇ ਜਿਹੜੀ ਇੰਟਰਕ੍ਰੌਪ ਉਹ ਆਪਾਂ ਨੂੰ ਬੈਨੀਫਿਟ ਹੈ। ਹਾਂ, ਇਸ ਨਾਲ ਆਮਦਨ ਕਹਿ ਲਈਏ ਕਿਸਾਨ ਦੀ ਵਧੇ ਜਾਂ ਨਾ ਵਧੇ, ਪਰ ਉਹਨੂੰ ਬੈਨੀਫਿਟ ਇਹ ਹੈ ਕਿ ਡੀਜ਼ਲ ਉਹਦਾ ਬਚਦਾ, ਪੈਸਟੀਸਾਈਡ ਤੋਂ ਉਹ ਬਚਦਾ, ਠੀਕ ਹੈ, ਵਹਾਈ ਘੱਟ ਪਊਗੀ, ਡੀਜ਼ਲ ਬਚ ਜਾਣਾ। ਜਦੋਂ ਖਾਦਾਂ ਨਾ ਪਈਆਂ ਤੇ ਉਹ ਵੀ ਪੈਸਾ ਜ਼ਿਮੀਂਦਾਰ ਦਾ ਕੋਲੇ ਹੈ। ਔਰ ਜਦੋਂ ਖਾਦਾਂ ਨਾ ਪਾਵਾਂਗੇ, ਫਲੱਡ ਇਰੀਗੇਸ਼ਨ ਨਾ ਕਰਾਂਗੇ, ਸਹੀ ਸਮੇਂ ਤੇ ਬੀਜਾਂਗੇ ਔਰ ਸਹੀ ਸਪੇਸ ਨਾਲ ਬੀਜਾਂਗੇ ਤਾਂ ਹਰੇਕ ਫਸਲ ਤੇ ਜਿਹੜਾ ਕੀੜਿਆਂ ਦਾ ਹਮਲਾ ਉਹ ਵੀ ਬਹੁਤ ਘੱਟ ਹੁੰਦਾ। ਜਦੋਂ ਕੀੜਿਆਂ ਦਾ ਹਮਲਾ ਨਾ ਘੱਟ ਹੋਇਆ ਤੇ ਜਿਹੜੀ ਪੈਸਟੀਸਾਈਡ ਤੇ ਖਰਚਾ ਹੈ ਉਹ ਵੀ ਸਾਡਾ ਬਚ ਜਾਊਗਾ। ਇਹ ਸਾਰਾ ਜਿਹੜਾ ਕਾਰੋਬਾਰ ਚੱਲ ਰਿਹਾ ਹਵਾ 'ਚ ਚੱਲ ਰਿਹਾ। ਇਹ ਕਾਰੋਬਾਰ ਨਾਲ ਦੀ ਨਾਲ ਹੀ ਜਿਵੇਂ ਜਿਵੇਂ ਕਿਸਾਨਾਂ ਨੂੰ ਸਮਝ ਆ ਰਹੀ ਹੈ ਇਹ ਆਟੋਮੈਟਿਕਲੀ ਇਹਨੇ ਘਟਣਾ ਹੀ ਘਟਣਾ। ਔਰ ਖੇਤੀ ਅੱਜ ਤੋਂ ਨਹੀਂ ਹੋ ਰਹੀ, ਇਹ ਹਜ਼ਾਰਾਂ ਸਾਲਾਂ ਤੋਂ ਹੋ ਰਹੀ ਹੈ। ਕਿਤੇ ਨਾ ਕਿਤੇ ਅਸੀਂ ਭੁਲੇਖੇ 'ਚ ਹਾਂ ਕਿ ਅਸੀਂ ਖੇਤੀ ਕਰਦੇ ਹਾਂ, ਖੇਤੀ ਅਸੀਂ ਨਹੀਂ ਕਰਦੇ। ਖੇਤੀ ਜਿਹੜੇ ਇਹਦੇ ਵਿੱਚ ਰਹਿਣ ਵਾਲੇ ਜੀਵ ਆ ਉਹ ਕਰਦੇ ਆ, ਜਿਹੜੇ ਇਹਨਾਂ ਨੂੰ ਖੁਰਾਕ ਤਿਆਰ ਕਰਕੇ ਦਿੰਦੇ ਆ, ਖੇਤੀ ਉਹ ਕਰਦੇ ਆ। ਅਸੀਂ ਤਾਂ ਸਿਰਫ ਇਹਨੂੰ ਖਰਾਬ ਕਰਕੇ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਪਹਿਲਾਂ ਪਾਣੀ ਲਾ ਦਿੰਦੇ ਹਾਂ। ਤੁਸੀਂ ਇੱਕ ਸਵਾਲ ਮੈਂ ਸਾਰੇ ਕੁਐਸਚਨ ਜਿਹੜੇ ਕਿਸਾਨ ਦੇਖ ਰਹੇ ਆ ਉਹਨਾਂ ਨੂੰ ਮੈਂ ਥੋੜ੍ਹਾ ਜਿਹਾ ਇੱਕ ਚੀਜ਼ ਨੋਟ ਕਰਨ ਲਈ ਕਹੂੰਗਾ। ਉਹ ਨੋਟ ਕਰਨ ਦੇ ਨਾਲ ਉਹਨਾਂ ਨੂੰ ਸੱਚ ਸਾਹਮਣੇ ਆ ਜਾਊਗਾ ਕਿ ਅਸੀਂ ਕਣਕ ਬੀਜਦੇ ਹਾਂ ਔਰ ਕਣਕ ਅਸੀਂ ਚਾਹੇ 20 ਦਿਨ ਨਾਲ ਪਾਣੀ ਲਾਈਏ, ਚਾਹੇ 40 ਦਿਨ ਨਾਲ ਪਾਣੀ ਲਾਈਏ, ਚਾਹੇ ਅਸੀਂ ਉਹਨੂੰ 50 ਦਿਨ 'ਤੇ ਲੈ ਜਾਈਏ, ਕਦੇ ਵੀ ਪਾਣੀ ਲਾਉਣ ਤੋਂ ਪਹਿਲਾਂ ਖਾਦਾਂ ਦੀ ਜ਼ਰੂਰਤ ਪਈ ਹੈ? ਜੇ ਨਹੀਂ ਪਈ ਤੇ ਕਿਉਂ ਨਹੀਂ ਪਈ? ਜੇ ਪਈ ਤੇ ਕਿਉਂ ਪਈ ਉਹ ਸਾਨੂੰ ਪਤਾ ਹੋਣਾ ਚਾਹੀਦਾ। ਕਿਉਂਕਿ ਜਦੋਂ ਫਲੱਡ ਇਰੀਗੇਸ਼ਨ ਹੋ ਜਾਂਦਾ ਤਾਂ ਜਿਹੜੀ ਜ਼ਮੀਨ ਦੇ ਵਿੱਚੋਂ ਹਵਾ ਹੈ ਉਹ ਬਾਹਰ ਹੋ ਜਾਂਦੀ ਹੈ, ਤੱਤ ਹੈ ਖੁਰ ਕੇ ਪਾਣੀ 'ਚ ਥੱਲੇ ਜੀਰ ਜਾਂਦੇ ਆ। ਜੇ ਅਸੀਂ ਕਣਕ ਨੂੰ ਪਾਣੀ ਲਾਉਣੇ ਆ ਤਾਂ ਸਾਨੂੰ ਜਾਂ ਤਾਂ ਮਤਲਬ ਸਟਾਰਟਿੰਗ ਦੇ ਵਿੱਚ ਪਾਉਣੀ ਪਊਗੀ ਖਾਦ, ਜੇਕਰ ਨਹੀਂ ਪਾਉਂਦੇ ਤਾਂ 2-3 ਦਿਨ ਦੇ ਵਿੱਚ ਪਾਉਣੀ ਪਊਗੀ, ਨਹੀਂ ਤਾਂ 3 ਦਿਨਾਂ 'ਚ ਪੀਲੀ ਪੈ ਜਾਊਗੀ। ਉਹਦਾ ਕਾਰਨ ਕੀ ਹੈ ਕਿ ਜਿਹੜਾ ਉਹਦਾ ਮਾਹੌਲ ਆ ਉਹ ਅਸੀਂ ਗਲਤ ਕਰਤਾ, ਅਸੀਂ ਉਹਨੂੰ ਬਿਮਾਰ ਕਰਤਾ, ਉਸ ਤੋਂ ਬਾਅਦ ਉਹਦਾ ਇਲਾਜ ਸ਼ੁਰੂ ਕਰਦੇ ਹਾਂ। ਇਸ ਚੀਜ਼ ਨੂੰ ਸਮਝ ਗਏ ਔਰ ਫਗਵਾੜਾ ਤਕਨੀਕ ਨਾਲ ਜਿਹੜੇ ਵੀ ਕਿਸਾਨ ਜੁੜਨਾ ਚਾਹੁੰਦੇ ਆ ਉਹਨਾਂ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਮੇਰਾ ਨੰਬਰ ਨੋਟ ਕਰ ਲੈਣ ਔਰ ਫੋਨ ਬੇਸ਼ੱਕ ਮਤਲਬ ਫੋਨ ਘੱਟ ਕਰਨ, ਕਿਉਂਕਿ ਫੋਨ ਤੇ ਕਾਫੀ ਕਿਸਾਨ ਜੇ ਫੋਨ ਆਉਣ ਲੱਗ ਜਾਣ ਤੇ ਕੰਮ ਦੀ ਵੀ ਦਿੱਕਤ ਆਉਂਦੀ ਆ ਔਰ ਕਈ ਹੁੰਦਾ ਕਿ ਪਰੇਸ਼ਾਨੀ ਬਣ ਜਾਂਦੀ ਹੈਗੀ ਹੈ ਨਾ। ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ ਤੇ ਕਿਸਾਨ ਕਹਿੰਦੇ ਆ ਵੀ ਫੋਨ ਤਾਂ ਚੱਕਦੇ ਨਹੀਂ ਹੈਗੇ। ਉਹ WhatsApp ਮੈਸੇਜ ਹੈਲੋ ਲਿਖ ਕੇ ਪਾਉਣ। ਨੰਬਰ ਹੈਗਾ ਜੀ ਮੇਰਾ 99 148 40 166। ਇਸ ਨੰਬਰ ਤੇ ਤੁਸੀਂ ਮੈਸੇਜ WhatsApp ਤੇ ਹੈਲੋ ਲਿਖੋ, ਤੁਹਾਡੇ ਕੋਲ ਇੱਕ ਮੈਸੇਜ ਆ ਜਾਊਗਾ। ਉਸ ਮੈਸੇਜ ਦੇ ਵਿੱਚ ਟੈਲੀਗ੍ਰਾਮ ਗਰੁੱਪ ਦਾ ਲਿੰਕ ਹੈ ਔਰ ਟੈਲੀਗ੍ਰਾਮ ਡਾਊਨਲੋਡ ਕਰਕੇ ਫੋਨ ਦੇ ਵਿੱਚ ਉਸ ਲਿੰਕ 'ਚ ਜੁੜ ਜਾਓ ਔਰ ਉਸ ਲਿੰਕ ਦੇ ਵਿੱਚ ਸਾਰੇ ਜਿਹੜੇ ਕਿਸਾਨ ਕਰ ਰਹੇ ਆ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਆ, ਇਸ ਕਰਕੇ ਕੈਮਰੇ ਦੇ ਮੂਹਰੇ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਐਂ ਦਿੱਕਤ ਹੋ ਜਾਂਦੀ ਹੈ ਵੀ ਯਾਰ ਕੈਮਰੇ ਕਹਿਣਗੇ, ਸਵਾਲ ਕਰਨਗੇ ਜਾਂ ਲੋਕ ਇੱਥੇ ਖੇਤਾਂ 'ਚ ਆਉਣੇ ਸ਼ੁਰੂ ਹੋ ਜਾਣਗੇ। ਹੁਣ ਸਾਡੇ ਤਕਰੀਬਨ ਇੱਥੇ ਅੱਜ ਵੀ ਗੰਗਾਨਗਰ ਤੋਂ ਆ ਰਹੇ ਆ ਤੇ ਕੱਲ ਵੀ ਰਾਜਸਥਾਨ ਤੋਂ ਇੱਧਰੋਂ ਸਾਰੇ ਮਾਨਸਾ ਏਰੀਆ ਤੋਂ ਕਿਸਾਨ ਆਉਂਦੇ ਰਹਿੰਦੇ ਆ। ਉਹ ਦੇਖਦੇ ਆ, ਵਿਜ਼ਿਟ ਕਰਦੇ ਆ ਵੀ ਯਾਰ ਸਾਡੇ ਤਾਂ ਦਿੱਕਤ ਆ ਰਹੀ ਹੈ, ਤੁਹਾਡੇ ਕਿਉਂ ਨਹੀਂ ਆ ਰਹੀ ਹੈ ਨਾ, ਇਹ ਕਾਰਨ ਕੀ ਹੈ। ਉਹ ਕਿਤੇ ਨਾ ਕਿਤੇ ਸਾਨੂੰ ਕੁਦਰਤ ਨੂੰ ਸਮਝ ਕੇ ਖੇਤੀ ਕਰਨ ਦੀ ਲੋੜ ਆ ਔਰ ਕੁਦਰਤ ਦੇ ਨਾਲ ਸਹਿਯੋਗ ਕਰਕੇ ਖੇਤੀ ਕਰਨ ਦੀ ਲੋੜ ਆ। ਤੇ ਬਾਕੀ ਜੇਕਰ ਕੋਈ ਅਪਣਾਏਗਾ ਇਹ ਟੈਕਨੀਕ ਤਾਂ ਲਾਜ਼ਮੀ ਹੈ ਕਿ ਮੁਨਾਫਾ ਜ਼ਰੂਰ ਹੋਏਗਾ ਫਸਲ ਦੇ ਵਿੱਚ ਤੇ ਨਾਲੇ ਜਿਹੜਾ ਐਕਸਟਰਾ ਖਰਚਾ ਹੈ ਉਹ ਜ਼ਰੂਰ ਬਚੇਗਾ। ਹਾਂਜੀ, ਮੁਨਾਫਾ ਦੇਖੋ ਜੀ, ਜਿਹੜੀ ਇਸ ਤਕਨੀਕ ਦੇ ਵਿੱਚ ਗੰਨਾ ਲਾਉਂਦੇ ਆ, ਜਿਹੜੇ ਖਿੱਤਿਆਂ ਦੇ ਵਿੱਚ ਗੰਨਾ ਲੱਗਦਾ, ਉਸ ਖਿੱਤਿਆਂ ਦੇ ਵਿੱਚ ਤੁਸੀਂ ਜੇ ਗੰਨਾ ਲਾਉਣਾ ਚਾਹੁੰਦੇ ਆ ਤਾਂ ਤੁਹਾਨੂੰ ਜਿਹੜਾ ਗੰਨੇ ਦਾ ਬੀਜ ਆ ਉਹ ਸਿਰਫ 1250 ਪੂਰੀ ਦੀ ਲੋੜ ਹੈ। ਜਾਣੀ ਕਿ 70 ਗੰਨੇ 80 ਗੰਨੇ ਤੁਹਾਡਾ ਕਿੱਲੇ ਦਾ ਬੀਜ ਪੂਰਾ ਕਰ ਦਿੰਦੇ ਆ ਔਰ ਆਮ ਜਿਹੜੀ ਟੈਕਨੀਕ ਦੇ ਵਿੱਚ ਉਹ 'ਚ 30-35 ਕੁਆਂਟਲ ਪੈ ਜਾਂਦਾ ਹੈ।
ਔਰ ਕਿੱਥੇ 70 ਗੰਨੇ ਕਿੱਥੇ 30-35 ਕੁਇੰਟਲ। ਉਸੇ ਤਰ੍ਹਾਂ ਜਿਹੜਾ ਇਹਦਾ ਬੀਜ ਹੈ ਇਹ ਹੁਣ ਅਸੀਂ ਅੱਧਾ ਪੈਕਟ 1 ਕਿੱਲੇ ਦਾ ਪਾਇਆ, ਔਰ ਜਿਹੜਾ ਫਰਵਰੀ ਦੇ ਵਿੱਚ ਬੀਜਾਂਗੇ ਉਹਦੇ ਵਿੱਚ ਅਸੀਂ ਅੱਧੇ ਤੋਂ ਵੀ ਅੱਧਾ ਪਾਵਾਂਗੇ। ਇੱਕ ਪੈਕਟ ਦੇ ਨਾਲ ਅਸੀਂ 4 ਕਿੱਲੇ ਬੀਜਾਂਗੇ, ਉਹਦੇ 'ਚ 1250 ਬੂਟਾ 1 ਕਿੱਲੇ 'ਚ ਲਾਵਾਂਗੇ, ਔਰ 1250 ਗਨੇਰੀ ਕਮਾਦ ਦੀ ਲੱਗਦੀ ਹੈ। ਉਹਦੇ ਵਿੱਚ ਕਮਾਦ ਦੇ ਵਿੱਚ ਹੁਣ ਤੁਸੀਂ ਦੇਖੋ ਫਸਲਾਂ ਕਿੰਨੀਆਂ ਹੁੰਦੀਆਂ, ਉਹਦੇ 'ਚ ਤੁਸੀਂ ਕਣਕ ਵੀ ਲਾ ਸਕਦੇ ਹੋ, ਸਾਰੀਆਂ ਫਸਲਾਂ ਜੋ ਵੀ ਟੋਟਲ ਜੋ ਵੀ ਤੁਸੀਂ ਸਵਾਲ ਕਰੋਗੇ। ਹੁਣ ਇੱਥੇ ਆਪਾਂ ਮਤਲਬ ਪੂਰਾ ਡਿਟੇਲ 'ਚ ਨਹੀਂ ਦੱਸ ਸਕਦੇ ਕਿ ਸਮਾਂ ਜ਼ਿਆਦਾ ਚਾਹੀਦਾ, ਔਰ ਜਿੰਨੇ ਵੀ ਉਹਦੇ 'ਚ ਸਵਾਲ ਆਉਂਦੇ ਹੈਗੇ ਆ ਟੈਲੀਗ੍ਰਾਮ ਤੇ, ਉਹ ਕੱਲੇ ਸਵਾਲ ਦਾ ਜਿਹੜਾ ਜਵਾਬ ਦਿੱਤਾ ਜਾਂਦਾ ਵੀ ਨਰਮਾ ਜਿਹੜਾ ਉਹ ਇਸ ਦਿਸ਼ਾ 'ਚ ਲਾਉਣਾ ਹੈ ਬੈੱਡ ਬਣਾ ਕੇ, ਔਰ ਜਿਹੜਾ ਉਹਦੇ 'ਚ ਆਹ ਕ੍ਰੌਪ ਲਾਉਣੀ ਉਹ ਇੱਥੇ ਲਾਉਣੀ ਹੈ, ਇੰਨੀ ਦੂਰੀ ਤੇ ਲਾਉਣੀ ਹੈ, ਇਸ ਟਾਈਮ ਤੇ ਲਾਉਣੀ ਹੈ, ਉਹ ਸਾਰਾ ਟਾਈਮ ਸਾਰਾ ਕੁਝ ਦੱਸਿਆ ਜਾਂਦਾ। ਔਰ ਇਸ ਤਕਨੀਕ ਨੂੰ ਜਿਹੜੇ ਵੀ ਕਿਸਾਨ ਅਪਣਾਉਣਾ ਚਾਹੁੰਦੇ ਆ ਉਹਨਾਂ ਨੂੰ ਜੁੜਨਾ ਜ਼ਰੂਰ ਪਊਗਾ, ਜੁੜ ਕੇ ਜਾਣਕਾਰੀ ਲੈ ਕੇ ਫਿਰ ਉਹ ਅਪਣਾਉਣ ਤੇ ਥੋੜੇ ਤੋਂ ਤਜਰਬਾ ਕਰਨ। ਮੇਰੀਆਂ ਗੱਲਾਂ ਤੇ ਵਿਸ਼ਵਾਸ ਨਾ ਕਰੋ, ਆਪੇ ਅਜ਼ਮਾ ਕੇ ਆਪੇ ਕਰਕੇ ਕੰਮ ਕਰਕੇ ਫਿਰ ਤੁਸੀਂ ਅਜ਼ਮਾ ਸਕਦੇ ਹੋ। ਤਾਂ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਮੈਨੂੰ ਲੱਗਦਾ ਹੈ ਕਿ ਜੋ ਜਾਣਕਾਰੀ ਦਿੱਤੀ ਉਹ ਬਹੁਤ ਸੇ ਕਿਸਾਨਾਂ ਲਈ ਫਾਇਦੇਮੰਦ ਹੋਵੇਗੀ ਤੇ ਬਹੁਤ ਸੇ ਲੋਕ ਤੁਹਾਡੇ ਨਾਲ ਜੁੜਨਗੇ ਵੀ ਤੇ ਫਗਵਾੜਾ ਟੈਕਨੀਕ ਦੀ ਖੇਤੀ ਦੌਰਾਨ ਤੇ ਹੋਰ ਵੀ ਜਿਹੜੀ ਵਧੀਆ ਫਸਲ ਉਗਾ ਸਕਣਗੇ ਤੇ ਬਾਕੀ ਜਿਹੜੇ ਖੱਜਲ ਖੁਆਰ ਤੋਂ ਜ਼ਰੂਰ ਬਚਣਗੇ। ਬਹੁਤ ਬਹੁਤ ਸ਼ੁਕਰੀਆ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਇੱਥੇ ਆਏ ਹੋ ਖੇਤਾਂ ਦੇ ਵਿੱਚ, ਕਿਉਂਕਿ ਜਿਹੜਾ ਸੋਸ਼ਲ ਮੀਡੀਆ ਇੱਕ ਇਹ ਅਜਿਹਾ ਜਿਹੜਾ ਬਹੁਤ ਸਾਰੇ ਜਿਹੜੇ ਸੱਚ ਆ ਉਹ ਸਾਹਮਣੇ ਆ ਰਹੇ ਆ। ਕਿਉਂ ਆ ਰਹੇ ਆ? ਕਿਉਂਕਿ ਹੁਣ ਖੇਤਾਂ ਦੇ ਵਿੱਚ ਕੋਈ ਵੀ ਜੇ ਆਖ ਗਏ ਕਿ ਆ ਕੇ ਦੇਖਦਾ ਨਹੀਂ ਹੈਗਾ ਵੀ ਕੋਈ ਕਿਸਾਨ ਜਿਹੜਾ ਉਹ ਆਪਦੇ ਰਿਸਕ ਤੇ ਤਕਨੀਕਾਂ ਡਿਵੈਲਪ ਕਰ ਰਿਹਾ, ਔਰ ਆਪਣੇ ਰਿਸਕ ਤੇ ਉਹ ਕਹਿ ਲਈਏ ਕਿ ਰਿਸਕ ਲੈ ਕੇ ਅੱਗੇ ਵਧ ਰਿਹਾ, ਔਰ ਉਸ ਤੋਂ ਬਾਅਦ ਉਹ ਲੋਕਾਂ ਨੂੰ ਦੱਸ ਵੀ ਫ੍ਰੀ ਆਫ ਕਾਸਟ ਰਹੇ ਆ। ਔਰ ਉਹਨਾਂ ਜਿਵੇਂ ਡਾਕਟਰ ਅਵਤਾਰ ਸਿੰਘ ਹੈ, ਡਾਕਟਰ ਚਮਨ ਲਾਲ ਵਸਿਸ਼ਟ ਜੀ ਆ, ਉਹਨਾਂ ਨੇ ਇਸ ਟਾਈਮ ਜਿਹੜਾ ਝੋਨੇ ਦੀ ਜਿਹੜੀ ਆਪਣੀ ਤਕਨੀਕ ਆ ਵਿਕਸਿਤ ਕੀਤੀ ਹੈਗੀ ਆ ASR, ਔਰ ASR ਦੇ ਵਿੱਚ ਉਹਨਾਂ ਨੇ 1 ਕਿਲੋ ਝੋਨੇ ਨਾਲ ਇਸ ਵਾਰ ਡੈਮੋ ਪਲਾਂਟ ਲਾਇਆ ਔਰ ਦਿਖਾਇਆ ਵੀ ਆ ਲੋਕਾਂ ਨੂੰ। ਕਾਫੀ ਕਿਸਾਨ ਦੂਰੋਂ ਜਾ ਕੇ ਦੇਖ ਕੇ ਆਏ ਆ। ਇਹ ਚੀਜ਼ਾਂ ਜੇ ਡਿਵੈਲਪ ਹੁੰਦੀਆਂ, ਮੈਂ ਸੋਚਦਾ ਬਹੁਤ ਵਧੀਆ ਪਿਰਤ ਚੱਲ ਪਈ ਆ, ਕਿਉਂਕਿ ਅਸੀਂ ਕੀ ਸੀਗੇ ਪਹਿਲਾਂ ਸਿਰਫ ਜੋ ਦੱਸਿਆ ਜਾਂਦਾ ਸੀ ਉਹਦੇ ਮੁਤਾਬਕ ਖੇਤੀ ਕਰਦੇ ਸੀਗੇ, ਪਰ ਹੁਣ ਜਿਹੜੀ ਨਵੀਂ ਟੈਕਨੀਕਸ ਡਿਵੈਲਪ ਹੋ ਰਹੀਆਂ ਤਾਂ ਬਹੁਤ ਸੇ ਲੋਕਾਂ ਤੱਕ ਸੋਸ਼ਲ ਮੀਡੀਆ ਦੇ ਜ਼ਰੀਏ ਜਿੱਦਾਂ ਤੁਸੀਂ ਜ਼ਿਕਰ ਕੀਤਾ ਪਹੁੰਚਣ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਕਿਸਾਨਾਂ ਦਾ। ਕਿਉਂਕਿ ਕਿਸਾਨ ਇਸ ਟਾਈਮ ਜਿਹੜੀ ਹਾਲਾਤ ਦੇ ਵਿੱਚ ਹੈਗਾ, ਅਸੀਂ ਦਿੱਲੀ ਦੇ ਵਿੱਚ ਧਰਨੇ 'ਚ ਬੈਠੇ ਆ ਤੇ ਇਹ ਚੀਜ਼ਾਂ ਕਿਉਂ ਕ੍ਰੀਏਟ ਹੋਈਆਂ, ਇਹ ਮਾਹੌਲ ਕਿਉਂ ਬਣਿਆ? ਕਿਉਂਕਿ ਅਸੀਂ ਸਾਰਾ ਡਿਪੈਂਡ ਹੀ ਇਹਨਾਂ ਤੇ ਹੋ ਗਏ ਸੀਗੇ, ਔਰ ਸਾਨੂੰ ਅੱਜ ਜੇ ਇਹ ਥੋੜਾ ਜਿਹਾ ਵੀ ਪਿੱਛੇ ਕਰ ਦੇਣ, ਹੱਥ ਪਿੱਛੇ ਖਿੱਚਦੇ ਆ, ਸਾਨੂੰ ਇਦਾਂ ਹੋ ਜਾਂਦਾ ਕਿ ਨਹੀਂ ਕਿ ਅਸੀਂ ਬਰਬਾਦ ਹੋ ਜਾਾਂਗੇ। ਇਹ ਕਾਰਨ ਹੈ। ਬਿਲਕੁਲ। ਤਾਂ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਵੀ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ। ਤਾਂ ਨਰਮੇ ਦੀ ਖੇਤੀ ਕਰਦਾ ਹੈ ਨੌਜਵਾਨ ਤੇ ਕਿਸ ਤਰ੍ਹਾਂ ਕਰਦਾ ਹੈ, ਕਿਹੜੀ ਤਕਨੀਕ ਨਾਲ ਕਰਦਾ ਹੈ ਜਿਸ ਦੇ ਨਾਲ ਮੁਨਾਫਾ ਵੀ ਹੋ ਜਾਂਦਾ, ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ। ਤਾਂ ਉਮੀਦ ਹੈ ਤੁਹਾਨੂੰ ਪੇਸ਼ਕਸ਼ ਪਸੰਦ ਆਈ ਹੋਵੇਗੀ। ਸਹਿਯੋਗੀ ਸਾਥੀ ਵਿੱਕੀ ਦੇ ਨਾਲ ਜਸਨੂਰ ਦਾ, ਮੈਂ ਡੇਲੀ ਪੋਸਟ ਪੰਜਾਬੀ।